ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਖਨ ਲਗੇ ਜਬ ਨਰਕਲਾ। ਫਿਰਿਓ ਬਹੁਰ ਸੁਭਾਵ, ਭਏ ਬਾਲ ਅਨਜਾਨ ਸੇ। ਕੀਨੋ ਆਪਨ ਛਪਾਵ, ਲਖਨ ਲਗੇ ਜਬ ਨਰਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪੂਰਨ ਪਰਮੇਸ਼ਰ, ਪੂਰਨ ਅਵਤਾਰ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੇ, ਸਾਹਿਬ ਕਮਾਲ, ਅੰਮ੍ਰਿਤ ਕੇ ਦਾਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੇ ਨਿਵਾਜੇ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ, ਵਡਭਾਗੇ ਕਰਮਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਤੁਰ ਕੀ ਬਾਣੀ ਦੇ ਜਾਪ
ਸਰਵਣ ਕਰਾਏ ਹੈ। ਉਪਰੰਤ ਅਰਦਾਸ ਹੋਈ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ। ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ, ਹੁਣ ਉਸ ਕਥਾ ਨੂੰ ਸਰਵਣ ਕਰਨ ਦਾ ਸਮਾਂ ਹੋਇਆ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪਰਮ ਪਿਤਾ ਪਰਮ ਪਰਮੇਸ਼ਰ ਸਤਿਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ, ਜੋ ਸਤਿਗੁਰੂ ਜੀ ਬਾਲ ਲੀਲਾ ਕਰ ਰਹੇ ਹਨ। ਰਾਏ ਭੋਏ ਦੀ ਤਲਵੰਡੀ ਵਿੱਚ ਬੱਚਿਆਂ ਨਾਲ ਖੇਡ ਕਰਕੇ ਉਹਨਾਂ ਬੱਚਿਆਂ ਦੇ ਕਲਮਲ ਕਲਯੁਗ ਦੇ ਪਾਪਾਂ ਨੂੰ ਕੱਟ ਰਹੇ ਹੈ। ਇੱਧਰੋਂ ਬਾਬਾ ਕਲਿਆਣ ਚੰਦ ਜੀ ਨੇ ਇੱਕ ਦਿਨ ਵਿਚਾਰ ਕੀਤੀ, ਜਿਵੇਂ ਇਸ ਧਰਤੀ ਦੇ ਸਾਰੇ ਮਾਂ ਪਿਓ ਨੂੰ ਫਿਕਰ ਹੁੰਦਾ ਹੈ ਆਪਣੇ ਬੱਚੇ ਦਾ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਵੇਗਾ ਅਤੇ ਕੱਲ੍ਹ ਨੂੰ ਚੰਗੀ ਨੌਕਰੀ ਕਰੇਗਾ। ਇਵੇਂ ਬਾਬਾ ਕਲਿਆਣ ਚੰਦ ਜੀ ਨੇ ਵਿਚਾਰ ਕੀਤੀ ਹੈ ਕਿ ਵੇਖੋ, ਇੱਕੋ ਇੱਕ ਸਾਡਾ ਸਪੁੱਤਰ ਹੈ ਗੁਰੂ ਨਾਨਕ ਸਾਹਿਬ, ਇਹਨਾਂ ਦੀ ਤਾਂ ਬਿਨਾਂ ਪੜ੍ਹੇ ਪੜ੍ਹਾਈ ਉਮਰ ਬੀਤਦੀ ਜਾ ਰਹੀ ਹੈ। ਇਹ ਖੇਡ ਵਿੱਚ ਮਸਤ ਹਨ ਅਤੇ ਮੈਨੂੰ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ। ਵਿਚਾਰਾਂ ਤਰ੍ਹਾਂ ਤਰ੍ਹਾਂ ਦੀਆਂ ਕਰਕੇ ਕਿ ਜਿਸ ਦਿਨ ਇਵੇਂ ਕੰਮ ਨਹੀਂ ਕਰਨਗੇ, ਬੁੱਢੇ ਹੋ ਜਾਣਗੇ, ਫਿਰ ਕਿਸ ਕੰਮ ਨਾਲ ਹੀ ਗੁਜ਼ਾਰਾ ਕਰਨਗੇ, ਕੀ ਕਰਨਗੇ? ਇਹ ਉਮਰ ਤੇ ਲੰਘਦੀ ਜਾ ਰਹੀ ਹੈ, ਇਹ ਪੜ੍ਹ ਕੋਈ ਨਹੀਂ ਰਹੇ। ਅਤੇ ਹੁਣ ਸਾਡਾ ਜਿਹੜਾ ਹਿਸਾਬ ਕਿਤਾਬ ਹੈ, ਲੇਖੇ ਜੋਖੇ ਪਟਵਾਰੀ ਦਾ ਕੰਮ ਹੈ, ਅਤੇ ਇਹ ਹੁਣ ਪੜ੍ਹਨਗੇ ਨਹੀਂ ਤਾਂ ਕਿਵੇਂ ਕਰਨਗੇ? ਅਤੇ ਜੇ ਕਿਤੇ ਹੋਰ ਕੋਈ ਕੰਮ ਕਰਨਗੇ ਤਾਂ ਸਾਡੀ ਵੀ ਨਿੰਦਿਆ ਹੋਊਗੀ, ਲੋਕ ਇਹਨਾਂ ਨੂੰ ਵੀ ਚੰਗਾ ਮਾੜਾ ਕਹਿਣਗੇ ਕਿ ਵੇਖੋ ਪਿਓ ਪਟਵਾਰੀ ਹੈ, ਪੁੱਤਰ ਹੋਰ ਕੰਮ ਕਰਦਾ ਫਿਰਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਜਿਹੀਆਂ ਕਰਕੇ ਉਹ ਵਿਚਾਰ ਕੀਤੀ ਵੀ ਇਹਨਾਂ ਨੂੰ ਫਾਰਸੀ ਦਾ ਜਿਹੜੀ ਵਿੱਦਿਆ ਪੜ੍ਹਾਈ ਜਾਵੇ। ਅਗਲਾ ਦਿਨ ਚੜ੍ਹਿਆ, ਅੰਮ੍ਰਿਤ ਵੇਲੇ ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਜੀ, ਐਵੇਂ ਮਾਤਾ ਜੀ ਸਭ ਨੇ ਇਸ਼ਨਾਨ ਪਾਨ ਕੀਤਾ, ਭੋਜਨ ਪ੍ਰਸ਼ਾਦਾ ਛਕਾਇਆ, ਚੰਗੇ ਵਸਤਰ ਪਹਿਨਾਏ, ਗਹਿਣੇ ਪਹਿਨਾਏ ਹੈ ਗੁਰੂ ਜੀ ਨੂੰ। ਜਿਸ ਪਾਠਸ਼ਾਲਾ ਵਿੱਚ ਮੁੱਲਾ ਕੁਤਬਦੀਨ ਸਾਰੇ ਬੱਚਿਆਂ ਨੂੰ ਫਾਰਸੀ ਦੀ ਵਿੱਦਿਆ ਪੜ੍ਹਾ ਰਿਹਾ ਹੈ, ਉੱਥੇ ਚਲੇ ਗਏ। ਜਾ ਕੇ ਬਾਬਾ ਕਲਿਆਣ ਚੰਦ ਜੀ ਨੇ ਕਿਹਾ ਕਿ ਮੁੱਲਾ ਜੀ ਦੇਖੋ, ਸਾਡੇ ਗੁਰੂ ਨਾਨਕ ਸਾਹਿਬ ਬੜੀ ਮੱਤ ਵਾਲੇ ਹੈ, ਤੂੰ ਫਿਕਰ ਨਾ ਕਰ, ਬੜਾ ਛੇਤੀ ਇਹ ਪੜ੍ਹ ਜਾਣਗੇ, ਅਤੇ ਤੂੰ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਫਾਰਸੀ ਪੜ੍ਹਾ ਦੇ। ਬਾਕੀ ਜੋ ਕੋਈ ਲੈਣਾ ਦੇਣਾ ਮਹੀਨੇ ਦਾ ਕਿੰਨਾ ਤੁਸੀਂ ਲੈਂਦੇ ਹੋ ਫੀਸ ਆਦਿਕ, ਉਹ ਤੁਸੀਂ ਸਾਨੂੰ ਦੱਸ ਦਿਓ, ਤਾਂ ਜੋ ਮੈਂ ਕੱਲ੍ਹ ਆਣ ਕੇ ਅਤੇ ਇਹਨਾਂ ਨੂੰ ਬਿਠਾ ਦਿਆ ਕਰਾਂ ਅਤੇ ਸਾਡੇ ਸਪੁੱਤਰ ਚੰਗੀ ਤਰ੍ਹਾਂ ਫਾਰਸੀ ਪੜ੍ਹ ਲਿਖ ਜਾਣ, ਇਹਨਾਂ ਦੇ ਕੰਮ ਆਵੇਗੀ ਅੱਗੇ। ਇਵੇਂ ਕਹਿ ਕਰਕੇ ਕਿ ਦੱਸੋ ਕਿੰਨਾ ਰੋਜ਼ਾ ਲੈਣਾ ਹੈ, ਫਿਰ ਕਿਹੜਾ ਦਿਨ ਚੰਗਾ ਹੈ? ਕੁਤਬਦੀਨ ਜਾਂ ਨੂਰਦੀਨ ਖਾਨ ਮੁੱਲਾ ਬੋਲਿਆ ਹੈ ਕਿ ਕਲਿਆਣ ਚੰਦ ਜੀ ਵੇਖੋ, ਕੱਲ੍ਹ ਦਾ ਦਿਨ ਬੜਾ ਚੰਗਾ ਹੈ, ਤੁਸੀਂ ਕੱਲ੍ਹ ਦੇ ਦਿਨ ਆਪਣੇ ਸਪੁੱਤਰ ਨੂੰ ਲੈ ਕੇ ਆ ਜਾਣਾ। ਮੈਂ ਵੇਖ ਰਿਹਾ ਕਿ ਇਹ ਬੜੀ ਮੱਤ ਵਾਲੇ ਹੈ, ਕੱਲ੍ਹ ਦੇ ਦਿਨ ਲਿਆਇਓ। ਅਗਲਾ ਦਿਨ ਚੜ੍ਹਿਆ ਹੈ, ਫਿਰ ਉਸੇ ਤਰ੍ਹਾਂ ਤਿਆਰੀ ਕਰਕੇ ਬਾਬਾ ਜੀ ਪਹੁੰਚੇ, ਗੁਰੂ ਨਾਨਕ ਸਾਹਿਬ ਜੀ ਪਹੁੰਚੇ। 1 ਰੁਪਈਆ ਜਿਹੜਾ ਮੁੱਲੇ ਅੱਗੇ ਉਹ ਭੇਟਾ ਰੱਖ ਕੇ ਜਿਹੜੀ ਹੈ ਦਕਸ਼ਣਾ ਗੁਰੂ ਦੀ ਵਿੱਦਿਆ ਪੜ੍ਹਨ ਦੀ, ਉਹ ਰੱਖ ਕੇ ਛੱਡ ਆਏ ਹੈ। ਮਠਿਆਈ ਵੰਡ ਦਿੱਤੀ ਹੈ ਕੁਝ ਬੱਚਿਆਂ ਵਿੱਚ। ਮੁੱਲਾ ਨੇ ਪੱਟੀ ਲਿਖਾਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਵੀ ਵੇਖੋ ਨਾਨਕ ਜੀ, ਧਿਆਨ ਦੇ ਕੇ ਪੜ੍ਹੋ, ਇੱਥੇ ਸਭ ਤੋਂ ਪਹਿਲਾਂ ਅਲਫ ਅੱਖਰ ਲਿਖੋ। ਜਿਵੇਂ ਆਪਾਂ ਊੜਾ ਐੜਾ ਲਿਖਦੇ ਹਾਂ, ਅਰਬੀ ਫਾਰਸੀ ਉਰਦੂ ਵਿੱਚ ਅਲਫ ਅੱਖਰ ਪਹਿਲਾਂ ਲਿਖਾਇਆ ਜਾਂਦਾ ਹੈ।
ਉਹ ਇੱਕ ਅੱਖਰ ਲਿਖਾਇਆ ਹੈ, ਮਗਰੋਂ ਸ਼ਹਿਰਫੀ ਜੋ ਅਰਬੀ ਦੀ 35 ਹੈ, ਫਾਰਸੀ ਦੀ ਉਹ ਪੜ੍ਹਾਈ ਹੈ ਸਾਰੀ। ਮੁੱਲਾ ਇੱਕ ਅੱਖਰ ਬੋਲਦਾ ਹੈ, ਗੁਰੂ ਨਾਨਕ ਸਾਹਿਬ ਜੀ ਦੂਸਰਾ ਅੱਖਰ ਪਹਿਲਾਂ ਬੋਲ ਦਿੰਦੇ ਹੈ। ਹੈਰਾਨ ਹੋ ਗਿਆ, ਆਸ਼ਚਰਜ ਹੋ ਰਿਹਾ ਵੀ ਇਹ ਮੇਰੇ ਕੋ ਪੜ੍ਹਨ ਆਏ ਆ ਜਾਂ ਮੈਨੂੰ ਪੜ੍ਹਾ ਰਹੇ ਹੈ। ਇਹਨਾਂ ਦੀ ਤੇ ਬੜੀ ਮੱਤ ਹੈ, ਆ ਮੈਂ ਇੱਕ ਅੱਖਰ ਬੋਲਦਾ ਹਾਂ, ਇਹ ਦੂਸਰਾ ਅੱਖਰ ਪਹਿਲਾਂ ਹੀ ਬੋਲ ਦਿੰਦੇ ਹੈ। ਵਿਚਾਰ ਕਰਦਾ ਵੀ ਇਹ ਜ਼ਰੂਰ ਕੋਈ ਨਾ ਕੋਈ ਅਵਤਾਰ ਹੈ, ਇਹ ਮਨੁੱਖ ਦਾ ਤੇ ਕੰਮ ਨਹੀਂ ਹੈ, ਬੰਦੇ ਦਾ ਇਹ ਕੰਮ ਨਹੀਂ ਹੈ ਕਿ ਪਹਿਲੇ ਦਿਨ ਹੀ ਫਾਰਸੀ ਪੜ੍ਹ ਜਾਵੇ। ਫਾਰਸੀ ਦੀ ਤੇ ਮਾਤਰਾ, ਜ਼ੇਰ, ਜ਼ਬਰ, ਅੱਖਰਾਂ ਨੂੰ ਪੜ੍ਹਨਾ ਲਿਖਣਾ ਬੜਾ ਔਖਾ ਹੈ। ਲੋਕ ਸੁਣ ਸੁਣ ਕੇ ਬਾਹਰੋਂ ਆਉਣ ਲੱਗੇ, ਇਕੱਠੇ ਹੋ ਰਹੇ ਹੈ, ਦੇਖ ਰਹੇ ਵੀ ਇੰਨੀ ਮੱਤ ਤੇਜ ਕਲਿਆਣ ਚੰਦ ਜੀ ਦੇ ਪੁੱਤਰ ਦੀ। ਬੜੇ ਕੋਈ ਆਪਣਾ ਬਚਨ ਪੁੱਛਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੱਸੋ ਇਹਦਾ ਕੀ ਅਰਥ ਹੈ, ਇਹਦਾ ਕੀ ਮਤਲਬ ਹੈ। ਗੁਰੂ ਨਾਨਕ ਸਾਹਿਬ ਜੀ ਫਾਰਸੀ ਦੇ ਵਿੱਚ ਹੀ ਉਹਨਾਂ ਨੂੰ ਉੱਤਰ ਦਿੰਦੇ ਆ। ਸੁਣ ਸੁਣ ਕੇ ਹੈਰਾਨ ਹੋ ਗਏ। ਪਾਠਸ਼ਾਲਾ ਵਿੱਚ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਪ੍ਰਗਟ ਹੋ ਗਈ ਵੀ ਇਹਨਾਂ ਦੀ ਬੁੱਧੀ ਬੜੀ ਤੇਜ਼ ਹੈ, ਇਹਨਾਂ ਦੀ ਮੱਤ ਜਿਹੜੀ ਅਡੋਲ ਹੈ। ਜਿਵੇਂ ਲੋਹਾਰ ਦੇ ਉਹ ਅਹਿਰਣ ਜੇ ਤੇ ਲੋਹਾ ਕੁੱਟਿਆ ਜਾਂਦਾ ਤੇ ਉਹ ਨਹੀਂ ਕਿਵੇਂ ਡਾਵਾਂ ਡੋਲ ਹੁੰਦੀ, ਇਵੇਂ ਇਹਨਾਂ ਦੀ ਅਡੋਲ ਮੱਤ ਹੈ। ਗੁਰੂ ਸਾਹਿਬ ਜੀ ਦੀ ਮੱਤ ਦੇਖ ਕੇ ਸਾਰੇ ਆਸ਼ਚਰਜ ਹੈਰਾਨ ਹੋ ਰਹੇ ਹੈ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ ਆਪਾਂ ਸਰਵਣ ਕਰੀਏ। ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਖਨ ਲੱਗੇ ਜਬ ਨਰ ਕਲਾ। ਜਦੋਂ ਗੁਰੂ ਸਾਹਿਬ ਜੀ ਨੂੰ ਕੋਈ ਵੀ ਲੋਕ ਇਕੱਠੇ ਹੋਏ ਹੈ, ਮੁੱਲਾ ਕੁਤਬਦੀਨ ਹੈਰਾਨ ਹੈ, ਬੱਚੇ ਹੈਰਾਨ ਹੈ। ਮੁੱਲਾ ਵੀ ਸੋਚਦਾ ਹੈ ਵੀ ਆ 10-10 ਸਾਲ ਹੋ ਗਏ ਪਾਠਸ਼ਾਲਾ ਵਿੱਚ ਬੈਠੇ ਬੱਚਿਆਂ ਨੂੰ, ਇਹਨਾਂ ਵਾਂਗ ਤੇ ਹਜੇ ਤੱਕ ਨਹੀਂ ਕੋਈ ਪੜ੍ਹਦਾ ਜਿਵੇਂ ਇਹ ਪੜ੍ਹ ਰਹੇ ਹੈ। ਇਹ ਤੇ ਹੈਰਾਨੀ ਵਾਲੀ ਗੱਲ ਹੈ। ਲੋਕਾਂ ਨੇ ਸੁਣਿਆ, ਲੋਕ ਬਾਹਰੋਂ ਆ ਕੇ ਵੇਖਦੇ ਵੀ ਬੱਚਾ ਵੇਖੀਏ ਕਿਹੜਾ ਉਹ ਜਿਹੜਾ ਅੱਜ ਪਹਿਲੇ ਦਿਨ ਹੀ ਫਾਰਸੀ ਨਹੀਂ ਪੜ੍ਹੀ ਜਾ ਰਿਹਾ ਹੈ। ਕੋਈ ਵੀ ਸਵਾਲ ਕਰਦੇ ਹੈ, ਗੁਰੂ ਨਾਨਕ ਸਾਹਿਬ ਜੀ ਫਾਰਸੀ ਵਿੱਚ ਉੱਤਰ ਦਿੰਦੇ ਹੈ ਤੇ ਸਭ ਹੈਰਾਨ ਹੋਣ ਲੱਗੇ। ਜਦੋਂ ਇੱਥੇ ਦੋਹਰੇ ਵਿੱਚ ਲਿਖਿਆ ਹੈ ਕਿ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਲੋਕ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਲਾ ਅਜ਼ਮਤ ਸ਼ਕਤੀ ਜਾਣਨ ਲੱਗੇ ਵੀ ਇਹ ਤੇ ਕੋਈ ਕਲਾਵਾਨ ਹੀ ਜਿਹੜਾ ਹੈ ਮਨੁੱਖ ਪੁਰਸ਼ ਆ ਗਿਆ ਹੈ। ਫੇਰਿਓ ਬਹਰ ਸੁਭਾਵ। ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਪਣਾ ਸੁਭਾਅ ਜਿਹਾ ਆਪ ਫੇਰ ਲਿਆ, ਬਦਲ ਲਿਆ ਹੈ। ਭਏ ਬਾਲ ਅਨਜਾਨ ਸੇ। ਜਿਵੇਂ ਕੋਈ ਬੱਚਾ ਅਣਜਾਣ ਜਿਹਾ ਹੁੰਦਾ, ਉਹਨੂੰ ਪੁੱਛੋ ਤੇ ਉਹ ਦੱਸਿਆ ਨਹੀਂ ਜਾਂਦਾ, ਨੀਵੀਂ ਪਾ ਲੈਂਦਾ ਹੈ, ਭੋਲਾ ਜਿਹਾ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਉਹ ਬੱਚਿਆਂ ਵਾਂਗ ਹੀ ਅਣਜਾਣ ਜੇ ਹੋ ਗਏ ਆ। ਫਿਰ ਸੁਭਾਅ ਆਪਣਾ ਫੇਰ ਲਿਆ ਵੀ ਪਤਾ ਨਾ ਕਿਸੇ ਨੂੰ ਲੱਗੇ। ਕੀਨੋ ਆਪਣਾ ਛਪਾਵ। ਆਪਣਾ ਲੁਕਾਉਣ ਛਪਾਉਣ ਕਰਨ ਲੱਗੇ ਐ। ਸਵਈਆ ਪੁਰ ਬਾਹਰ ਜਾਏ ਤਰੇ। ਪੁਰ ਬਾਹਰ ਜਾਏ ਤਰੇ ਤੁਰ ਕੈ। ਤਰ ਕੈ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਸੁਭਾਅ ਬਦਲ ਲਿਆ ਇੱਕਦਮ ਹੀ। ਜਿਹੜੀ ਰਾਏ ਭੋਏ ਦੀ ਤਲਵੰਡੀ ਹੈ ਪੁਰੀ, ਉਸ ਨਗਰ ਦੇ ਬਾਹਰ ਜਾ ਕੇ ਕਿਸੇ ਰੁੱਖ ਦੇ ਹੇਠਾਂ ਪਟ ਤਾਨ ਸਰੀਰ ਪੈ ਪੋਡੈ ਰਹੈ। ਆਪਣੇ ਉੱਪਰ ਵਸਤਰ ਆ ਚਾਦਰਾ ਜਾਂ ਤਾਣ ਕੇ ਉਹ ਰੁੱਖ ਦੇ ਹੇਠਾਂ ਜਾ ਕੇ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ
ਐਵੇਂ ਲੇਟੇ ਰਹਿੰਦੇ ਆ ਚੁੱਪ ਕਰਕੇ। ਨਹਿ ਬੋਲਤ ਕੋ ਬੁਲਾਵਤ ਹੈ ਨਰ। ਜੇ ਕੋਈ ਬੰਦਾ ਇਸਤਰੀ ਬੱਚਾ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਉਂਦੇ ਆ ਆਵਾਜ਼ਾਂ ਮਾਰ ਕੇ, ਗੁਰੂ ਨਾਨਕ ਸਾਹਿਬ ਜੀ ਅੱਗੋਂ ਬੁਲਾਉਂਦੇ ਨਹੀਂ, ਬੋਲਦੇ ਨਹੀਂ ਹਨ। ਬੇਖੁਦ ਅੰਤਰ ਧਿਆਨ ਲਹੈ। ਐਵੇਂ ਉਹ ਨਰ ਪੁਰਸ਼ ਅੰਤਰ ਧਿਆਨ ਜਾਣ ਕੇ ਵੀ ਇਹ ਤੇ ਕੋਈ ਬੁਲਾਇਆ ਬੋਲਦੇ ਚਾਲਦੇ ਨਹੀਂ ਹੈ, ਐਵੇਂ ਲੇਟੇ ਰਹਿੰਦੇ ਆ। ਕਹਿੰਦੇ ਵੀ ਇਹ ਤੇ ਬੇਸੁੱਧ ਹੋ ਗਿਆ ਹੈ, ਐਵੇਂ ਮਸਤ ਹੋ ਗਿਆ ਹੈ। ਕਬ ਆਨ ਪਰੈ ਘਰ ਮਾਤ ਉਠਾਵਤ। ਕਦੀ ਕਦੀ ਗੁਰੂ ਨਾਨਕ ਸਾਹਿਬ ਜੀ ਉਹ ਰੁੱਖ ਥੱਲਿਓਂ ਉੱਠ ਕੇ ਆ ਘਰ ਆਣ ਕੇ ਚਾਦਰਾ ਜਾ ਲੈ ਕੇ ਪੈ ਜਾਂਦੇ ਐ, ਤੇ ਮਾਤਾ ਜੀ ਜਿਹੜਾ ਉਠਾਉਂਦੇ ਆ ਕਿ ਪੁੱਤਰ ਜੀ ਕੀ ਹੋਇਆ, ਉੱਠੋ ਤੇ ਸਹੀ ਇੱਕ ਵਾਰ। ਤੋ ਭੇ ਉਠੈ ਨਹਿ ਮੋਨ ਲਗਹਿ। ਤਾਂ ਵੀ ਗੁਰੂ ਸਾਹਿਬ ਜੀ ਉੱਠਦੇ ਨਹੀਂ ਐ, ਚੁੱਪ ਕਰਕੇ ਬੈਠੇ ਰਹਿੰਦੇ ਐ, ਸੁੱਤੇ ਰਹਿੰਦੇ ਐ। ਮਾਤਾ ਜੀ ਉਠਾਉਂਦੇ, ਪੁੱਤਰ ਉੱਠੋ ਕੀ ਹੋਇਆ, ਕੀ ਪਰੇਸ਼ਾਨੀ, ਦੱਸਦੇ ਕਿਉਂ ਨਹੀਂ ਤੁਸੀਂ। ਗੁਰੂ ਨਾਨਕ ਸਾਹਿਬ ਜੀ ਚੁੱਪ ਹੀ ਕਰ ਰਹਿੰਦੇ ਐ। ਇੱਕ ਠੋਰ ਪਏ ਜੁਗ ਬਾਸੁਰ ਬੀਤ ਹੈ। ਐਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਥਾਂ ਤੇ ਪਿਆਂ ਦੋ ਦੋ ਦਿਨ ਹੀ ਲੰਘ ਜਾਂਦੇ ਐ। ਢੇਰ ਕੈ ਮਾਨਵ ਐਸੇ ਕਹੈ। ਲੋਕ ਜਿਹੜੇ ਭੋਲੇ ਐ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ, ਉਹ ਵੇਖ ਵੇਖ ਕੇ ਐਵੇਂ ਕਹਿੰਦੇ ਐ। ਥੋ ਮਤਵਾਨ ਵੱਡੋ ਸੁਰ ਗਿਆਨ। ਕਹਿੰਦੇ ਵੇਖੋ ਕਿ ਆ ਜਿਹੜਾ ਕਲਿਆਣ ਚੰਦ ਦੇ ਪੁੱਤਰ ਸਨ ਗੁਰੂ ਨਾਨਕ ਸਾਹਿਬ, ਇਹ ਤੇ ਬੜੇ ਦਿਵ ਗਿਆਨ ਵਾਲੇ, ਬੜੀ ਵੱਡੀ ਮੱਤ ਵਾਲੇ ਸੀ। ਭਇਓ ਅਨਜਾਨ ਸਾ ਕੌਣ ਹੈ ਹੇਤੂ। ਆ ਹੁਣ ਕੀ ਹੋ ਗਿਆ, ਕੀ ਕਾਰਨ ਹੋ ਗਿਆ, ਇਹਦੇ ਅਣਜਾਣ ਬੇਸਮਝ ਆ ਬੇਸੁੱਧ ਜਿਹਾ ਹੀ ਹੋ ਗਿਆ, ਪਤਾ ਨਹੀਂ ਲੱਗ ਰਿਹਾ ਵੀ ਕੀ ਕਾਰਨ ਹੈ। ਬੇਖੁਦ ਚਿੱਤ ਉਦਾਸ ਰਹੈ। ਆ ਬੇਖੁਦ ਰਹਿੰਦੇ ਐ, ਮਸਤ ਜੇ ਰਹਿੰਦੇ ਐ, ਚਿੱਤ ਵਿੱਚ ਵੀ ਉਪਰਾਮ ਉਦਾਸ ਜੀ ਰਹਿ ਰਹੇ ਐ। ਕਛ ਹੋਤ ਭਇਓ ਪਰਛਾਵਹੁ ਪ੍ਰੇਤੂ। ਉਹ ਐਵੇਂ ਕਹਿੰਦੇ ਵੀ ਇਹ ਕੁਝ ਹੋ ਗਿਆ ਹੈ, ਆ ਕੋਈ ਭੂਤ ਪ੍ਰੇਤ ਇਹਨਾਂ ਨੂੰ ਉਹਦਾ ਪਰਛਾਵਾਂ ਹੋ ਗਿਆ, ਕੋਈ ਭੂਤ ਪ੍ਰੇਤ ਚੰਬੜ ਗਿਆ ਇਹਨਾਂ ਨੂੰ। ਹੈ ਉਨਮਤ ਦਸ਼ਾ ਦਿਸਿਆਵਤ। ਆ ਤਾਂ ਹੀ ਤੇ ਵੇਖਿਆ ਇਹਨਾਂ ਦੀ ਜਿਹੜੀ ਹਾਲਤ ਹੈ ਦਿਸਣ ਵਿੱਚ ਮਸਤਾਨਿਆਂ ਵਾਂਗ, ਮਸਤਾਂ ਵਾਂਗ ਆ ਰਹੀ ਹੈ। ਸੁਧ ਨਾ ਦੇਹ ਕੀ ਬਹਾਇ ਨਕੇਤੂ। ਬਾਹਯ ਨਕੇਤੂ, ਨਾ ਇਹਨਾਂ ਨੂੰ ਸਰੀਰ ਦੀ ਸੁੱਧ ਹੈ, ਨਾ ਬਾਹਰ ਦੀ ਸੁੱਧ ਹੈ, ਨਾ ਘਰ ਦੀ ਸੁੱਧ ਹੈ। ਇਹ ਤੇ ਇਹਨਾਂ ਨੂੰ ਐਵੇਂ ਜਿਵੇਂ ਕੋਈ ਭੂਤ ਚੰਬੜ ਗਿਆ ਹੈ। ਤੈਨ ਭਨੈ ਨਹਿ ਨੈਨ ਉਗਾਰਤ। ਆ ਇਹੋ ਗੱਲ ਹੀ ਤੇ ਹੋਈ ਹੈ ਨਾ, ਤਾਂ ਹੀ ਤੇ ਆ ਬੁਲਾਈਏ ਤੇ ਬੁਲਾਇਆ ਇਹ ਬਚਨ ਨਹੀਂ ਕਹਿੰਦੇ, ਕੋਈ ਮੁੱਖੋਂ ਨਹੀਂ ਬੋਲਦੇ ਐ। ਆ ਚਾਦਰ ਖਿੱਚੋ ਹਿਲਾਓ ਵੀ ਉੱਠਦੇ ਕਿਉਂ ਨਹੀਂ ਐ, ਇਹਦੇ ਅੱਖਾਂ ਵੀ ਨਹੀਂ ਉਘੇੜਦੇ। ਢੇਰ ਕਹੈ ਜੋ ਜਾਨ ਨਾ ਭੇਤੂ। ਐਵੇਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਗਤ ਮਿੱਤ ਨਹੀਂ ਨਾ ਜਾਣਦੇ, ਭੇਦ ਨਹੀਂ ਨਾ ਜਾਣਦੇ, ਉਹ ਭੋਲੇ ਲੋਕ ਵਿਚਾਰੇ ਐਵੇਂ ਕਹਿੰਦੇ ਗੁਰੂ ਜੀ ਨੂੰ ਵੇਖ ਕੇ। ਕਾਲੂ ਕੋ ਚਿੰਤ ਬਦੀ ਸੁਤ ਦੇਖ ਬਸ਼ੇਖ। ਇਧਰੋਂ ਬਾਬਾ ਕਾਲੂ ਜੀ ਨੂੰ ਕਾਲੂ ਕੋ ਚਿੰਤ ਬਦੀ ਸੁਤ ਦੇਖ, ਬਾਬਾ ਕਲਿਆਣ ਚੰਦ ਜੀ ਨੂੰ ਕਿ ਮੇਰੇ ਪੁੱਤਰ ਦੇ ਐਵੇਂ ਲੰਮੇ ਪਏ ਰਹਿੰਦੇ ਐ, ਬੁਲਾਇਆ ਬੋਲਦੇ ਨਹੀਂ ਐ, ਠਾਇਆ ਉੱਠਦੇ ਨਹੀਂ ਐ, ਇਹੋ ਜੀ ਹਾਲਤ ਦੇਖ ਕੇ ਬੜੀ ਚਿੰਤਾ ਵਧੀ ਐ। ਬਸ਼ੇਖ ਉਪਾਏ ਕਰੇ ਜੋ ਬਤਾਇਆ। ਅੱਜ ਜੋ ਕੁਝ ਸਿਆਣਿਆਂ ਨੇ ਕੋਈ ਉਪਾਏ ਹੀਲਾ ਯਤਨ ਦੱਸਿਆ ਹੈ, ਉਹ ਸਾਰੇ ਹੀਲੇ ਉਪਰਾਲੇ ਕੀਤੇ ਐ। ਫੇਰ ਮੁਲਾਣੇ ਕੇ ਪਾਸ ਗਇਓ। ਉਹ ਸਾਰੇ ਉਪਰਾਲੇ ਹੀਲੇ ਕਰ ਲਏ ਐ। ਚਿੰਤਾ ਬੜੀ ਵਧੀ ਹੋਈ ਹੈ ਵੀ ਇੱਕੋ ਇੱਕ ਪੁੱਤਰ ਹੈ, ਤੇ ਸਾਰੀਆਂ ਆਸਾਂ ਹੈ, ਤੇ ਇਹ ਤੇ ਬੋਲਦੇ ਚਾਲਦੇ ਨਹੀਂ ਹੈ। ਦੋ ਦਿਨ ਲੰਘ ਰਹੇ ਇਹਨਾਂ ਦੇ ਇੱਕੇ ਥਾਂ ਪਿਆ ਹੋਇਆ, ਇਵੇਂ ਕਿਵੇਂ ਗੁਜ਼ਾਰਾ ਹੋਊਗਾ। ਬੜੀ ਚਿੰਤਾ ਪੈ ਗਈ ਹੈ। ਜਦੋਂ ਸਾਰੇ ਹੀਲੇ ਉਪਰਾਲੇ ਯਤਨ ਕਰ ਲਏ ਐ, ਖੀਰੇ ਕੋਈ ਵਾਹ ਪੇਸ਼ ਨਾ ਗਈ। ਉਹ ਮੁੱਲਾ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਾਉਣ ਲੱਗਾ ਸੀ ਪਹਿਲੇ ਦਿਨ ਕੁਤਬਦੀਨ,
ਉਹ ਕੁਤਬਦੀਨ ਮੁੱਲਾ ਦੇ ਪਾਸ ਗਏ ਬਾਬਾ ਜੀ। ਸਭ ਨਾਨਕ ਕੋ ਬਿਰਤਾਂਤ ਸੁਨਾਇਆ। ਸਾਰਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਬਿਰਤਾਂਤ ਸੁਣਾਇਆ ਵੀ ਮੁੱਲਾ ਸਾਹਿਬ ਜੀ ਵੇਖੋ ਤਾਂ ਤੁਹਾਡੇ ਕੋਲ ਬੱਚਾ ਭੇਜਿਆ ਸੀ ਪੜ੍ਹਨ ਵਾਸਤੇ, ਉਹ ਤੇ ਐਵੇਂ ਮਸਤ ਹਾਲਤ ਵਿੱਚ ਹੋ ਗਏ ਆ, ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ। ਹੋਸ਼ ਪਈ ਫਰਮੋਸ਼ ਸਭਾ। ਕਿਆ ਹੈ ਦੇਖੋ ਮੁੱਲਾ ਜੀ ਮੇਰੇ ਪੁੱਤਰ ਦੀ ਜਿਹੜੀ ਹੋਸ਼ ਹੈ, ਸਮਝ, ਅਕਲ ਹੈ, ਉਹ ਤੇ ਫਰਮੋਸ਼ ਹੀ ਹੋ ਗਈ ਹੈ, ਸਾਰੀ ਅਕਲ ਬੁੱਧ ਭੁੱਲ ਗਈ ਉਹਨਾਂ ਨੂੰ। ਤੇਹੇ ਕੋ ਬਿਦ ਪਾਰਸੀ ਤੋਹੇ ਪੜਾਇਆ। ਉਸ ਨੂੰ ਆ ਤੁਸਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਫਾਰਸੀ ਦੀ ਜਿਹੜੀ ਹੈ ਵਿਦਿਆ ਪੜ੍ਹਾਈ ਹੈ, ਉਹਨਾਂ ਦੀ ਅਕਲ ਮਤ ਬੁੱਧ ਚਲੀ ਗਈ ਹੈ, ਹੋਸ਼ ਭੁੱਲ ਗਈ ਹੈ, ਉਹ ਤੇ ਕਮਲਿਆਂ ਵਾਂਗ ਹੋ ਕੇ ਪਏ ਰਹਿੰਦੇ ਐ। ਆਪ ਚਲੋ ਸੁਧ ਲੀਜੀਏ ਹੇਰ ਕੈ। ਇਸ ਕਰਕੇ ਮੁੱਲਾ ਕੁਤਬਦੀਨ ਜੀ ਆਪ ਸਾਡੇ ਨਾਲ ਚੱਲੋ, ਚੱਲ ਕੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਖਬਰ ਸਾਰ ਲਈਏ। ਭੇਵ ਲਖੋ ਕੇ ਪਰੀ ਤਹਿ ਛਾਇਆ। ਜਾ ਕੇ ਭੇਦ ਜਾਣੋ ਕਿਤੇ ਉਹਨਾਂ ਨੂੰ ਕੋਈ ਛਾਇਆ ਤੇ ਨਹੀਂ ਹੋਗੀ ਜਾਂ ਕੋਈ ਬਾਹਰ ਦੀ ਹਵਾ ਹੁਆ ਤੇ ਨਹੀਂ ਹੋਗੀ। ਕਾਲੂ ਕੇ ਸੰਗ ਮੁਲਾਨਾ ਗਇਓ। ਬਾਬਾ ਕਾਲੂ ਜੀ ਨੇ ਜਿਵੇਂ ਜਦੋਂ ਇਵੇਂ ਕਿਹਾ ਹੈ, ਮੁੱਲਾ ਕੁਤਬਦੀਨ ਉਸੇ ਵੇਲੇ ਨਾਲ ਚੱਲ ਪਿਆ ਗਿਆ ਹੈ। ਜਹ ਨਾਨਕ ਜੀ ਤਰ ਪੋੜ ਰਹਿ। ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਐਵੇਂ ਧਰਤੀ ਦੇ ਉੱਪਰ ਹੀ ਐਵੇਂ ਚਾਦਰ ਜੀ ਤਾਣ ਕੇ ਦੇ ਲੇਟੇ ਹੋਏ ਸਨ। ਤਾਨ ਸੰਭਿਆਨ ਸਰੀਰ ਕੇ। ਤਾਨ ਸੰਭਿਆਨ ਸਰੀਰ ਕੇ ਉਪਰ। ਗੁਰੂ ਨਾਨਕ ਸਾਹਿਬ ਜੀ ਵਿੱਚ ਸਰੀਰ ਦੇ ਉੱਪਰ ਉਹ ਚਾਦਰਾ ਜਾਂ ਤਾਣ ਕੇ ਬੇਗਮ ਹੀ ਅਵਨੀ ਪੈ ਹੈ। ਅਚਿੰਤ ਹੋ ਕੇ ਧਰਤੀ ਦੇ ਪੁੰਜੇ ਹੀ ਪਏ ਹੋਏ ਆ ਗੁਰੂ ਨਾਨਕ ਸਾਹਿਬ ਜੀ। ਮਾਤਾ ਪਿਤਾ ਨੂੰ ਘਰ ਵਿੱਚ ਚਿੰਤਾ ਲੱਗੀ ਹੋਈ ਹੈ, ਲੋਕ ਆ ਕੇ ਪਤਾ ਲੈ ਰਹੇ ਹੈ। ਗੁਰੂ ਨਾਨਕ ਸਾਹਿਬ ਜੀ ਐ ਅਚਿੰਤ ਹੋ ਕੇ ਉਹ ਧਰਤੀ ਦੇ ਉੱਪਰ ਹੀ ਚਾਦਰ ਜੀ ਤਾਣ ਕੇ ਪਏ ਹੋਏ ਐ। ਮਾਨ ਵਿਆਨ ਪਏ ਇਕੱਠੇ ਬਹੁਤੇ ਮਨੁੱਖ ਆਣ ਕੇ ਇਵੇਂ ਇਕੱਠੇ ਹੋ ਗਏ ਐ। ਬੈਨ ਸੁਨਾ ਸ਼ੁੱਧ ਐਸੇ ਚਾਹੈ। ਐਸੇ ਚਾਹੁੰਦੇ ਐ ਕਿ ਆ ਬਚਨ ਉਹਨਾਂ ਦੇ ਸੁਣਾਂਗੇ। ਮੁੱਲਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ ਬੁਲਾਵੇਗਾ, ਉਹ ਭੂਤ ਨੂੰ ਮੁੱਲਾ ਬੁਲਾਵੇਗਾ, ਭੂਤ ਅੱਗੋਂ ਬੋਲੇਗਾ ਅੱਜ। ਫੇਰ ਹੈਰਾਨ ਸਮਾਨ ਤਬੈ। ਵੇਖ ਵੇਖ ਕੇ ਹੈਰਾਨ ਜੇ ਸਾਰੇ ਤਦੋਂ ਹੋ ਰਹੇ ਐ। ਮਨ ਹੋਏ ਹੈਰਾਨ ਸੋ ਵਾਕ ਕਹੈ। ਕਹਿੰਦੇ ਐ ਜਿਨ੍ਹਾਂ ਨੂੰ ਆ ਵੇਖ ਕੇ ਅਬ ਮਨ ਹਰਿਆ ਭਰਿਆ ਹੋ ਜਾਂਦਾ ਸੀ, ਖੁਸ਼ ਹੋ ਜਾਂਦਾ ਸੀ, ਅੱਜ ਉਹ ਕਿਉਂ ਨਹੀਂ ਆ ਕੁਝ ਮੂੰਹੋਂ ਬਚਨ ਵਾਕ ਕਹਿ ਰਹੇ। ਕਬਿਤ ਜਾਏ ਕੈ ਮੁਲਾਨੇ ਨੇ ਦੁਆਏ ਕਰੀ ਬੈਸ ਟਿਗ। ਮੁੱਲਾ ਬਾਬਾ ਕਲਿਆਣ ਚੰਦ ਜੀ ਨਾਲ ਗਿਆ ਹੈ, ਚੱਲ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬੈਠ ਕੇ ਆ ਦੁਆ ਕੀਤੀ, ਬੇਨਤੀ ਅਰਦਾਸ ਕੀਤੀ ਹੈ। ਤੁਮ ਪਰ ਮਿਹਰ ਸੋ ਪਰਵਤਗਾਰ ਕੀ। ਹੈ ਗੁਰੂ ਨਾਨਕ ਸਾਹਿਬ ਤੁਹਾਡੇ ਉੱਪਰ ਤੇ ਉਹ ਜੋ ਪਰਵਤਗਾਰ ਸਾਰੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਖੁਦਾ ਹੈ, ਉਹਨਾਂ ਦੀ ਮਿਹਰ ਹੈ ਤੁਹਾਡੇ ਉੱਪਰ। ਬੈਸ ਲਗ ਮਾਹੇ ਪਈ ਸੇ ਮੁਖੀ ਵਸ਼ੇਖ ਤਬ। ਤੁਹਾਡੀ ਜਿਹੜੀ ਹੈ ਛੋਟੀ ਉਮਰ ਹੈ, ਤੁਹਾਡੀ ਬੁੱਧੀ ਭਾਵੇਂ ਛੋਟੀ ਤੁਹਾਡੀ ਉਮਰ ਹੈ, ਬੁੱਧੀ ਤੁਹਾਡੀ ਮਹਾਣੀ ਹੈ। ਗਿਰਾ ਮੁਖ ਮਾਧੁਰੀ ਸਬਨ ਹਿਤਕਾਰ ਹੀ। ਤੁਹਾਡੀ ਜਿਹੜੀ ਬਾਣੀ ਹੈ ਮੁਖ ਤੋਂ ਨਿਕਲਣ ਵਾਲੀ, ਮੁਖ ਤੋਂ ਤੁਹਾਡੇ ਬਚਨ ਬੜੇ ਆ ਮਿੱਠੇ ਐ, ਸਾਰਿਆਂ ਦੇ ਆ ਭਲਾ ਕਰਨ ਵਾਲੇ, ਸਾਰਿਆਂ ਦੇ ਪ੍ਰੇਮ ਦੇ ਵਾਲੇ ਬਚਨ ਐ। ਸ਼ੁਭ ਹੈ ਸਬਾਉ ਪਰਿਉ ਪਾਉ ਜੋ ਸਬਨ ਸੰਗ। ਦੁਬਾਰਾ ਪੜ। ਸ਼ੁਭ ਹੈ ਸੁਭਾਉ ਭਰਿਓ ਪਾਉ ਸੋ ਸਬਨ ਸੰਗ। ਤੁਹਾਡਾ ਜਿਹੜਾ ਚੰਗਾ ਸੁਭਾਅ ਹੈ, ਸੁਭਾਅ ਚੰਗਾ ਤੁਹਾਡੇ ਹਿਰਦੇ 'ਚ ਭਰਿਆ ਹੋਇਆ ਹੈ ਤੇ ਸਾਰਿਆਂ ਨਾਲ ਤੁਹਾਡਾ ਬੜਾ ਹੀ ਪ੍ਰੇਮ ਪਿਆਰ ਹੈ।
ਬਦੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ। ਆ ਜਿਸ ਤਰ੍ਹਾਂ ਵਿਸਥਾਰ ਤੁਹਾਡੇ ਜਸ ਦੀ, ਆ ਤੁਹਾਡਾ ਪ੍ਰਤਾਪ ਵਧੇ ਫੁੱਲੇ ਤੇਜ ਪ੍ਰਤਾਪ। ਆਨਨ ਤੇ ਤੂਸ਼ਨ ਕੋ ਕਾਰਨ ਹੈ ਕੀਨ ਪਨੋ। ਵੇਖ ਕੇ ਪੜਿਆ ਕਰ, ਦੁਬਾਰਾ ਪੜ। ਆਨਨ ਤੇ ਤੂਸ਼ਨ ਕੋ ਕਾਰਨ ਹੈ ਕੌਣ ਪਨੋ। ਕੀ ਕਾਰਨ ਹੈ ਆਪਣੇ ਮੁਖ ਤੋਂ ਤੁਸੀਂ ਕਿਉਂ ਚੁੱਪ ਕੀਤੇ ਹੋਏ ਹੋ? ਕੀ ਕਾਰਨ ਚੁੱਪ ਕਰਨ ਦਾ? ਕੁਝ ਨਾ ਕੁਝ ਤੇ ਨਾਨਕ ਸਾਹਿਬ ਜੀ ਕਹੋ ਤੁਸੀਂ। ਫੇਰ ਤੋਂ ਮੈਂ ਤਾਤ ਸੁਧ ਤਜੀ ਘਰ ਬਾਰ ਕੀ। ਆ ਵੇਖੋ ਆਪਣੇ ਪਿਤਾ ਵੱਲ ਵੇਖੋ ਨਾ, ਕਿੰਨੇ ਵਿਚਾਰੇ ਚਿੰਤਾਵਾਨ ਹੋਏ, ਕਿੰਨੀ ਚਿੰਤਾ ਲੱਗੀ ਹੈ ਆਪਣੇ ਪਰਿਵਾਰ ਨੂੰ। ਵੇਖੋ ਉਹਨਾਂ ਨੇ ਤੇ ਆ ਘਰ ਬਾਰ ਦੀ ਤੁਹਾਡੇ ਪਿਤਾ ਨੇ ਸਾਰੀ ਖਬਰ ਹੀ ਛੱਡ ਦਿੱਤੀ ਹੈ ਤੁਹਾਨੂੰ ਐਵੇਂ ਵੇਖ ਕੇ। ਦੋਹਰਾ ਮਸਤ ਕਰੀ ਨਾਨਕ ਤਬੈ। ਮੁੱਲਾ ਕੁਤਬਦੀਨ ਬੋਲੀ ਜਾਂਦਾ ਹੈ, ਅਰਦਾਸਾਂ ਕਰੀ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਐਵੇਂ ਚਾਦਰ ਤਾਣੀ ਹੋਈ ਹੈ, ਲੇਟੇ ਹੈ, ਚੋਪੀ ਧਾਰਨ ਕੀਤੀ, ਕੁਝ ਨਹੀਂ ਬੋਲਿਆ ਤਾਂ ਵੀ। ਦਇਓ ਨਾ ਉੱਤਰ ਕੋਈ ਉੱਤਰ ਨਹੀਂ ਦਿੱਤਾ ਵੀ ਮੁੱਲਾ ਸਾਹਿਬ ਜੀ ਕਿਵੇਂ ਆਏ ਹੋ। ਹਾਂ ਮੈਂ ਸਮਝਦਾ ਹਾਂ ਪਰ ਮੈਂ ਕੀ ਕਰਾਂ। ਕੋਈ ਉੱਤਰ ਨਹੀਂ ਦਿੱਤਾ ਗੁਰੂ ਸਾਹਿਬ ਜੀ ਨੇ। ਦੀਨ ਭਇਓ ਮੁੱਲਾ ਹਿਰਦੈ। ਇਵੇਂ ਮੁੱਲਾ ਕੁਤਬਦੀਨ ਅੰਤ ਨੂੰ ਹਿਰਦੇ ਵਿੱਚ ਬੜਾ ਜਾਂ ਨਿਮਰਤਾ ਵਾਲਾ ਢਹਿ ਪਿਆ ਦੀਨ ਹੋ ਗਿਆ ਹੈ। ਬੋਹਰੋ ਬਚਨ ਬਗੋਏ। ਮੁੜ ਫਿਰ ਕਿਤੇ ਇੰਨਾ ਮੈਂ ਕੁਝ ਕਿਹਾ ਹੈ ਬੋਲੇ ਨਹੀਂ ਹੈ, ਮਗਰੋਂ ਫਿਰ ਮੁੜ ਕੇ ਬਚਨ ਕਹਿਣ ਲੱਗਾ ਮੁੱਲਾ। ਸਵਈਆ ਆਏ ਖਰੇ ਨਰ ਪਾਸ ਜਿਤੇ। ਕਹਿਣ ਲੱਗਾ ਵੇਖੋ ਗੁਰੂ ਨਾਨਕ ਸਾਹਿਬ ਜੀ ਆ ਜਿੰਨੇ ਮਨੁੱਖ ਆਏ ਹੈ ਤੁਹਾਡੇ ਪਾਸ ਖੜੇ ਐ। ਤੁਮ ਬੈਨ ਸੁਨੈ ਮਨ ਚਾਹੇ ਹੀ। ਇਹ ਮਨ ਵਿੱਚ ਇਹੀ ਚਾਹੁੰਦੇ ਐ ਕਿ ਤੁਹਾਡੇ ਬਚਨ ਸੁਣੀਏ। ਤੁਹਾਡੇ ਬਚਨ ਸੁਣਨ ਵਾਸਤੇ ਆ ਸਾਰੇ ਵੇਖੋ ਕਿੰਨੇ ਜਾਣੇ ਇਕੱਠੇ ਹੋਏ। ਤੁਸੀਂ ਕਿਉਂ ਨਹੀਂ ਚਾਦਰ ਆਪਣੀ ਲਾਉਂਦੇ, ਕਿਉਂ ਨਹੀਂ ਗੱਲ ਕਰਦੇ? ਆਨਨ ਤੇ ਨਹਿ ਬੋਲਤ ਹੋ ਬਚ। ਆ ਮੈਂ ਕਿੰਨਾ ਕੁਝ ਤੁਹਾਨੂੰ ਕਹਿ ਰਿਹਾ ਹਾਂ, ਤੁਸੀਂ ਕਿਉਂ ਨਹੀਂ ਆਪਣੇ ਮੁਖ ਤੋਂ ਕੋਈ ਬਚਨ ਬੋਲਦੇ? ਕਿਤੇ ਇੱਕ ਬਚਨ ਹੀ ਕਹਿ ਦਿਓ। ਹੋਵਤ ਰੰਜ ਹਿਰਦੈ ਸਭ ਹੀ। ਸਾਰਿਆਂ ਦੇ ਹਿਰਦੇ ਵਿੱਚ ਨਾਰਾਜ਼ਗੀ ਹੋ ਰਹੀ ਆ ਵੀ ਇੰਨੇ ਜਾਣੇ ਇਕੱਠੇ ਹੋਏ ਆ, ਤੁਸੀਂ ਕੁਝ ਬੋਲਦੇ ਨਹੀਂ ਹੋ। ਸਾਰੇ ਨਾਰਾਜ਼ ਹੋ ਰਹੇ ਐ। ਮੋਹ ਕਹੇ ਤਮ ਬੋਲੋ ਥੋਰ ਸਾ। ਗੁਰੂ ਨਾਨਕ ਸਾਹਿਬ ਜੀ ਮੈਂ ਵੇਖੋ ਤੁਹਾਡਾ ਉਸਤਾਦ ਰਿਹਾ ਹਾਂ, ਤੁਸੀਂ ਮੇਰੇ ਕੋਲ ਪੜ੍ਹਨ ਲਈ ਗਏ ਸੀ। ਮੈਂ ਤੁਹਾਨੂੰ ਹੁਣ ਕਹਿ ਰਿਹਾ ਕਮ ਸੇ ਕਮ ਮੇਰੇ ਕਹਿਣ ਤੇ ਥੋੜਾ ਬਹੁਤ ਬੋਲੋ ਬਚਨ। ਮਾਨੀ ਹੈਰਾਨੀ ਸੋ ਕੈਸੇ ਕਹੀ। ਕਿਉਂ ਨਹੀਂ ਤੁਸੀਂ ਮੁੱਖੋਂ ਕੁਝ ਕਹਿੰਦੇ? ਕੁਝ ਨਾ ਕੁਝ ਤੇ ਆਖੋ। ਆ ਕਿਉਂ ਮਨ ਵਿੱਚ ਇੰਨੀ ਹੈਰਾਨੀ ਜੀ ਤੁਸਾਂ ਨੇ ਮੰਨੀ ਹੋਈ ਹੈ, ਚੋਪੀ ਕੀਤੇ ਹੋਏ ਹੋ? ਹੇਤ ਖੁਦਾਏ ਉਠੋ ਇੱਕ ਬਾਰ ਉਚਾਰ। ਹੇਤ ਖੁਦਾਏ ਉਠੋ ਇੱਕ ਬਾਰ। ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਤੇ ਉਠੋ ਆ ਖੁਦਾ ਦੇ ਵਾਸਤੇ। ਇੱਕ ਵਾਰ ਉਠੋ, ਮੈਂ ਤੁਹਾਨੂੰ ਖੁਦਾ ਦਾ ਵਾਸਤਾ ਦਿੰਨਾ ਹਾਂ। ਉਚਾਰ ਕਰੋ ਔਰ ਜੈਸੇ ਅਹੀ। ਜਿਸ ਤਰ੍ਹਾਂ ਤੁਹਾਡੇ ਹਿਰਦੇ ਵਿੱਚ ਗੱਲ ਆਉਂਦੀ ਹੈ, ਤੁਹਾਨੂੰ ਕੋਈ ਤਕਲੀਫ ਹੈ, ਕੀ ਹੈ, ਪਰੇਸ਼ਾਨੀ ਹੈ, ਕੀ ਕਹਿਣਾ ਚਾਹੁੰਦੇ, ਉਸੇ ਤਰ੍ਹਾਂ ਉਚਾਰਨ ਕਰੋ, ਤੁਹਾਨੂੰ ਖੁਦਾ ਦਾ ਵਾਸਤਾ ਹੈ। ਅੜਿਲ ਮੁੱਲਾ ਕੇ ਸੁਨ ਬੈਨ ਦੀਨ। ਇਵੇਂ ਮੁੱਲਾ ਕੁਤਬਦੀਨ ਦੇ ਇਵੇਂ ਨਿਮਾਣੇ ਜੇ ਹੋਏ ਵੀ ਇਹ ਨਿਮਰਤਾ ਵਾਲਾ ਹੋ ਗਿਆ ਹੈ, ਬੜਾ ਗਰੀਬ ਹੋ ਗਿਆ ਹੈ। ਇਹ ਬਚਨ ਸੁਣੇ ਗੁਰੂ ਸਾਹਿਬ ਜੀ ਨੇ। ਅਤ ਜੋ ਭਇਓ। ਮੁੱਲਾ ਕੇ ਸੁਨ ਬੈਣ, ਇੱਥੇ ਵਿਸ਼ਰਾਮ ਹੈ। ਮੁੱਲਾ ਦੇ ਬਚਨ ਸੁਣੇ ਗੁਰੂ ਸਾਹਿਬ ਜੀ ਨੇ। ਦੀਨ ਅਤ ਜੋ ਭਇਓ। ਜੋ ਮੁੱਲਾ ਬੜਾ ਅਨਿਮਰਤਾ ਵਾਲਾ ਗਰੀਬ ਨਿਮਾਣਾ ਢਹਿ ਪਿਆ, ਐਸੇ ਗਰੀਬ ਹੋਇਆ ਹੈ ਜੋ। ਬੋਹਰੋ ਹੇਤ ਖੁਦਾਏ। ਮੁੜ ਕੇ ਜੋ ਵੀ ਖੁਦਾ ਦਾ ਵਾਸਤਾ ਦਿੱਤਾ ਹੈ। ਨਾਮ ਮੁਖ ਤੇ
ਕਹਿਓ। ਵੀ ਇੰਨਾ ਦੀਨ ਨਿਮਾਣਾ ਹੋ ਕੇ ਖੁਦਾ ਦਾ ਵਾਸਤਾ ਮੁਖ ਤੋਂ ਇਹ ਜਿਹੜਾ ਨਾਮ ਕਿਹਾ ਮੁੱਲਾਂ ਨੇ। ਦੋਨੋਂ ਚਸ਼ਮ ਕੁਸ਼ਾਦ ਗੁਰੂ ਸਾਹਿਬ ਜੀ ਨੇ ਦੋਨੋਂ ਚਸ਼ਮ ਕਹੀਏ ਨੇਤਰ ਕੁਸ਼ਾਦ ਕਹੀਏ ਖੋਲੇ ਐ। ਨਿਜਸਤ ਹੈ ਸਾਮੋਹੇ ਨਿਸ਼ਸਤ ਹੈ ਸਾਮੋਹੇ। ਦੋਵੇਂ ਨੇਤਰ ਗੁਰੂ ਜੀ ਨੇ ਖੋਲੇ ਜਦੋਂ ਖੁਦਾ ਦਾ ਵਾਸਤਾ ਇਹ ਪਾਇਆ ਹੈ ਮੁੱਲਾਂ ਨੇ ਵੀ ਤੁਹਾਨੂੰ ਖੁਦਾ ਦਾ ਵਾਸਤਾ ਜੇ ਤੁਸੀਂ ਨੇਤਰ ਨਾ ਖੋਲੋ ਗੱਲ ਨਾ ਕਰੋ। ਗੁਰੂ ਸਾਹਿਬ ਜੀ ਖੁਦਾ ਦੇ ਨਾਮ ਤੇ ਉਸੇ ਵੇਲੇ ਦੋਵੇਂ ਨੇਤਰ ਖੋਲੇ ਐ ਆ ਸਾਹਮਣੇ ਹੋ ਕੇ ਬੈਠ ਗਏ ਮੁੱਲਾਂ ਦੇ। ਉਹ ਬੋਲੇ ਰਾਗ ਤਲੰਗ ਮਹਾਰਾਜ ਇਵੇਂ ਰਾਗ ਜਿਹੜਾ ਤਲੰਗ ਹੈ ਖੜੇ ਹੋ ਕੇ ਫਿਰ ਬੋਲੇ ਐ। ਸ਼ਬਦ ਜੋ ਦੁਖ ਦਹੇ ਜੋ ਸ਼ਬਦ ਇਹ ਦੁਨੀਆ ਦੇ ਜੰਮਣ ਮਰਨ ਦੇ ਦੁੱਖ ਨੂੰ ਸਾੜ ਦਿੰਦਾ ਹੈ, ਐਸਾ ਤਲੰਗ ਰਾਗ ਦੇ ਵਿੱਚ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਤੇ ਮੁਖ ਤੋਂ ਐਵੇਂ ਬਚਨ ਬੋਲੇ ਐ। ਸ਼੍ਰੀ ਮੁਖਵਾਕ ਦੁਨੀਆ ਮੁਕਾਮੇ ਫਾਨੀ। ਗੁਰੂ ਨਾਨਕ ਸਾਹਿਬ ਜੀ ਸ਼੍ਰੀ ਕਹੀਏ ਸੁਭਾਏ ਸੋਭਾ ਵਾਲੇ ਮੁਖ ਤੋਂ ਜੋ ਵਾਕ ਬਚਨ ਕਹੇ ਗੁਰੂ ਨਾਨਕ ਸਾਹਿਬ ਜੀ ਨੇ। ਇਹ ਰਹਾਉ ਦੀਆਂ ਪੰਕਤੀਆਂ ਹੈ। ਜਿਹੜੇ ਰਾਗੀ ਸਾਹਿਬਾਨ ਹੈ ਉਹ ਇੱਥੋਂ ਕਿਸੇ ਵੇਲੇ ਉਹ ਸ਼ਬਦ ਨੂੰ ਚੁੱਕਦੇ ਇੱਥੋਂ ਉਚਾਰਨ ਕਰਦੇ ਹੈ। ਉਂਝ ਸ਼ਬਦ ਆਰੰਭ ਹੁੰਦਾ ਹੈ ਕਿ ਯਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ। ਇਹ ਹੁਣ ਕਾਜੀ ਨੇ ਜਿਵੇਂ ਬੇਨਤੀ ਕੀਤੀ ਹੈ ਖੁਦਾ ਦਾ ਵਾਸਤਾ ਪਾਇਆ ਹੈ ਵੀ ਤੁਸੀਂ ਕਿਉਂ ਨਹੀਂ ਗੱਲ ਕਰਦੇ, ਤੁਸੀਂ ਕਿਉਂ ਨਹੀਂ ਬੋਲਦੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਸ਼ਬਦ ਉਚਾਰਨ ਕੀਤਾ ਫਾਰਸੀ ਵਿੱਚ ਮੁੱਲਾਂ ਨੂੰ ਉਪਦੇਸ਼ ਦਿੰਦੇ ਹੋਏ। ਕਹਿੰਦੇ ਹੇ ਮੁੱਲਾ ਕੁਤਬਦੀਨ, ਇਹ ਜਿਹੜੀ ਦੁਨੀਆ ਹੈ, ਦੁਨੀਆ ਦੀ ਜਿਹੜੀ ਸਥਿਤੀ ਹੈ ਇਹ ਫਾਨੀ ਫਨਾ ਰੂਪ ਆ ਨਾਸ ਰੂਪ ਹੈ, ਖਤਮ ਹੋ ਜਾਣ ਵਾਲੀ ਇਹ ਦੁਨੀਆ। ਤਹਕੀਕ ਦਿਲਦਾਨੀ ਐਵੇਂ ਨਿਸ਼ਚੈ ਕਰਕੇ ਦਿਲ ਦੇ ਵਿੱਚ ਇਹ ਜੀਵ ਨੂੰ ਜਾਣ ਲੈਣਾ ਚਾਹੀਦਾ ਹੈ। ਇਹ ਦੁਨੀਆ ਦੀ ਜਿਹੜੀ ਸਥਿਤੀ ਜੀਵ ਦੇਖ ਰਿਹਾ ਹੈ ਕਿ ਦੁਨੀਆ ਸਦਾ ਰਹਿਣੀ ਹੈ, ਮੈਂ ਵੀ ਸਦਾ ਰਹਿਣਾ ਹੈ, ਇਹ ਤੇ ਫਨਾ ਰੂਪ ਹੈ, ਨਾਸ਼ ਰੂਪ ਹੈ, ਖਤਮ ਹੋ ਜਾਣ ਵਾਲੀ ਹੈ। ਤਹਿਕੀਕ ਦਿਲ ਦਾਨੀ ਮੁੱਲਾ ਕੁਤਬਦੀਨ ਜੀ ਇਸ ਜੀਵ ਨੂੰ ਤੇ ਤੈਨੂੰ ਕਹਿੰਦੇ ਆ ਕਿ ਨਿਸ਼ਚੈ ਕਰਕੇ ਦਿਲ ਦੇ ਵਿੱਚ ਜਾਣ ਲਓ। ਮਮ ਸਰ ਮੋਏ ਅਜਰਾਈਲ ਗ੍ਰਿਫਤ ਹੈ। ਮਮ ਕਹੀਏ ਮੇਰੇ, ਮਮ ਕਹੀਏ ਹਮ। ਇਹ ਜੀਵ ਨੂੰ ਸੋਚਣਾ ਚਾਹੀਦਾ ਥੋੜ੍ਹਾ ਬਹੁਤਾ। ਤੁਸੀਂ ਕਹਿੰਦੇ ਹੋ ਹੱਸਦੇ ਨਹੀਂ ਹੋ, ਖੇਡਦੇ ਨਹੀਂ ਹੋ, ਕਿਉਂ ਚੁੱਪ ਕਰ ਗਏ ਹੋ। ਅਸੀਂ ਕਹਿੰਦੇ ਮੁੱਲਾ ਇਹ ਜੀਵ ਨੂੰ ਸੋਚਣਾ ਚਾਹੀਦਾ ਹੈ, ਸਦਾ ਧਿਆਨ ਦੇਣਾ ਚਾਹੀਦਾ ਹੈ ਕਿ ਮੇਰੇ ਸਰ ਸਿਰ ਦੇ ਮੂਹੇ ਕਹੀਏ ਜਿਹੜੇ ਕੇਸ ਹੈ, ਮੇਰੇ ਸਿਰ ਜੀਵ ਨੂੰ ਸੋਚਣਾ ਚਾਹੀਦਾ ਮੇਰੇ ਸਿਰ ਦੇ ਜਿਹੜੇ ਕੇਸ ਹੈ। ਅਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਉਹਨੇ ਤੇ ਗ੍ਰਿਫਤ ਹੈ ਸਦਾ ਹੀ ਫੜੇ ਹੋਏ ਹੈ। ਦਿਲ ਹੇਚ ਨਾਦਾਨੀ ਪਰ ਇਹ ਬੰਦਾ ਐਡਾ ਭੁੱਲਿਆ ਹੋਇਆ, ਦਿਲ ਦੇ ਵਿੱਚ ਹੇਚ ਕਹੀਏ ਕਦੇ ਵੀ ਆ ਦਾਨੀ ਜਾਣਦਾ ਹੀ ਨਹੀਂ ਹੈ ਕਿ ਮੇਰੇ ਕੇਸਾਂ ਨੂੰ ਜੰਮ ਨੇ ਫੜਿਆ ਹੋਇਆ ਹੈ। ਉਹ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ। ਤੇ ਜਿਸ ਦਿਨ ਉਮਰ ਪੂਰੀ ਹੋ ਗਈ, ਉਹਦੀ ਮਰਜ਼ੀ ਹੋ ਗਈ ਤੇ ਕੇਸਾਂ ਤੋਂ ਪਟਕਾ ਕੇ ਉਹਨੇ ਥੱਲੇ ਮਾਰਨਾ ਹੈ, ਉਹਨੇ ਖਤਮ ਕਰ ਦੇਣਾ ਇਸ ਜੀਵ ਨੂੰ। ਪਰ ਇਹ ਮੁੱਲਾ ਇਹ ਜੀਵ ਨੇ ਇਵੇਂ ਜਾਣਿਆ ਨਹੀਂ ਦਿਲ ਵਿੱਚ ਕਦੇ ਵੀ। ਰਹਾਉ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਜੀ ਨੇ ਮੁੱਲਾ ਕੁਤਬਦੀਨ ਨੂੰ ਇਹ ਕਿਹਾ ਕਿ ਰਹਾਉ ਕਹਿ ਕੇ ਕਿ ਜੋ ਸਾਨੇ ਸ਼ਬਦ ਉਚਾਰਨ ਕੀਤਾ ਕੁਤਬਦੀਨ ਮੁੱਲਾ ਤੂੰ ਇਸ ਦਾ ਵਿਚਾਰ ਕਰ। ਇਹ ਜੀਵ ਨੂੰ ਇਸ ਦਾ ਵਿਚਾਰ ਕਰਨਾ ਚਾਹੀਦਾ ਹੈ। ਚੌਪਈ ਜੇ ਮਮ ਦਸ਼ਾ ਚਾਹੋ ਤੁਮ ਜਾਨਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਚੁੱਪ ਕਰਕੇ ਕਿਉਂ ਪਿਆ ਹੋਇਆ ਹਾਂ, ਕਿਉਂ ਨਹੀਂ ਚਾਦਰ ਲਾ ਰਿਹਾ ਤੇ ਇੰਨੇ ਦਿਨ ਬੋਲੇ ਚਾਲੇ ਨਹੀਂ ਆ। ਜੇ ਤੁਸੀਂ ਸਾਡੇ ਅੰਦਰ ਦੀ ਹਾਲਤ ਜਾਣਨੀ ਚਾਹੁੰਦੇ ਹੋ ਤੋ
ਸ਼ੁੱਤ ਦੇ ਕਰ ਸੁਨ ਮੌਲਾਨਾ। ਮੁੱਲਾ ਸਾਹਿਬ ਜੀ ਆਪਣਾ ਕੰਨ ਦੇ ਕੇ ਭਾਵ ਧਿਆਨ ਦੇ ਕੇ ਸਾਡੇ ਬਚਨ ਸੁਣ। ਸ਼੍ਰੀ ਪਰਮੇਸ਼ਵਰ ਨਾਮ ਜੋ ਲੀਨੋ। ਜੋ ਤੁਸਾਂ ਨੇ ਉਹ ਪਰਮੇਸ਼ਰ ਖੁਦਾ ਦਾ ਨਾਮ ਜਿਹਾ ਲਿਆ ਹੈ, ਜਾਂ ਤੇ ਤੁਮ ਸੋ ਉੱਤਰ ਦੀਨੋ। ਉਸ ਗੱਲ ਕਰਕੇ ਉੱਤਰ ਦਿੱਤਾ ਹੈ। ਤੁਸਾਂ ਨੇ ਕਿਹਾ ਨਾ ਕਿ ਤੁਹਾਨੂੰ ਖੁਦਾ ਦਾ ਵਾਸਤਾ ਹੈ, ਜੇ ਤੁਸੀਂ ਬੋਲੋ ਨਾ ਉਹ ਜਿਹੜਾ ਪਰਮੇਸ਼ਰ ਖੁਦਾ ਦਾ ਨਾਮ ਲਿਆ ਹੈ, ਤਾਂ ਹੀ ਤੁਹਾਨੂੰ ਅਸਾਂ ਨੇ ਉੱਤਰ ਦਿੱਤਾ ਹੈ ਸ਼ਬਦ ਰਾਹੀਂ। ਜੋ ਮਨ ਸਮਝਿਓ ਦੁਨੀ ਮੁਕਾਮੂ। ਮੁੱਲਾ ਸਾਹਿਬ ਜੀ ਵੇਖੋ, ਜੋ ਮਨ ਵਿੱਚ ਇਸ ਜੀਵ ਨੇ ਕਿ ਇਹ ਦੁਨੀਆ ਦਾ ਮੁਕਾਮ, ਇਹ ਸਥਿਤੀ ਟਿਕਾਊ ਸਦਾ ਹੀ ਰਹਿਣਾ ਮੰਨਿਆ ਹੈ। ਸੋ ਜਾਣੋ ਝੂਠੋ ਬਿਨ ਨਾਮੂ। ਇਹ ਸਾਰੀ ਦੁਨੀਆ ਝੂਠੀ ਜਾਣ ਲਓ, ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਸੰਸਾਰ ਮਿਥਿਆ ਹੈ, ਝੂਠਾ ਹੈ, ਫਨਾ ਰੂਪ ਨਾਸ਼ਵੰਤ ਫਾਨੀ ਹੈ। ਹਰ ਚੰਦੋਰੀ ਪੁਨ ਕਨ ਛਾਇਆ। ਇਹ ਤੇ ਐਵੇਂ ਹੈ ਜਿਵੇਂ ਹਰੀ ਚੰਦ ਰਾਜੇ ਦੀ ਨਗਰੀ ਹੈ ਮਿਥਿਆ, ਜਿਵੇਂ ਬੱਦਲਾਂ ਦੀ ਛਾਂ ਹੈ। ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ। ਹੇ ਜੀਵ, ਤੂੰ ਹਰੀ ਚੰਦ ਦੀ ਜਿਵੇਂ ਨਗਰੀ ਹੈ, ਜਿਹਦਾ ਕੋਈ ਮਿਥਿਆ ਹੈ, ਕਥਨ ਨਹੀਂ ਹੈ, ਐਵੇਂ ਕਹਿਣ ਮਾਤਰ ਹੀ ਹੈ, ਤੂੰ ਕਿਉਂ ਸੁਖ ਮੰਨਿਆ ਇਸ ਵਿੱਚ। ਇਹ ਦੁਨੀਆ ਹਰ ਚੰਦੌਰੀ ਵਾਂਗ ਹੈ। ਇਹ ਦੁਨੀਆ ਬੱਦਲ ਦੀ ਛਾਇਆ ਵਾਂਗ ਹੈ। ਗਰਮੀਆਂ ਵਿੱਚ ਜਿਵੇਂ ਬੱਦਲ ਹੁੰਦੇ ਹੈ ਤੇ ਉਹ ਸੂਰਜ ਅੱਗੇ ਹੋ ਜਾਂਦੇ ਆ, 2 ਮਿੰਟ ਦੀ ਛਾਂ ਰਹਿੰਦੀ ਹੈ, ਖਿੰਨ ਮਾਤਰ। ਹਵਾ ਆਉਂਦੀ, ਉਹ ਛਾਂ ਲੰਘ ਜਾਂਦੀ ਹੈ। ਜਦੋਂ ਛਾਂ ਆਉਂਦੀ, ਬੰਦਾ ਜਿਹੜਾ ਧੁੱਪੇ ਤੁਰਿਆ ਜਾ ਰਿਹਾ ਹੁੰਦਾ, ਉਹਨੂੰ ਕਿਵੇਂ ਚੈਨ ਆ ਜਾਂਦਾ, ਕਹਿੰਦਾ ਛਾਂ ਹੋ ਗਈ ਮੇਰੇ ਉੱਪਰ। ਪਰ ਝੱਟ ਹੀ ਉਹ ਸੂਰਜ ਨਿਕਲ ਆਉਂਦਾ, ਬੱਦਲ ਪਾੜ ਕੇ ਬੱਦਲ ਗਾਂਹ ਚਲ ਜਾਂਦੇ ਹੈ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ, ਮੁੱਲਾ ਜੀ, ਇਹ ਤੇ ਹਰ ਚੰਦੌਰੀ ਦੀ ਨਗਰੀ ਵਾਂਗ ਤੇ ਬੱਦਲਾਂ ਦੀ ਛਾਇਆ ਵਾਂਗ ਅਖਿੰਨ ਮਾਤਰ ਮਿਥਿਆ ਹੈ ਦੁਨੀਆ। ਸੁਪਨਾ ਜੋ ਬਾਜੀ ਗਰਮਾਇਆ। ਜਿਸ ਤਰ੍ਹਾਂ ਆ ਸੁਪਨਾ ਵੇਖੋ ਮਿਥਿਆ ਹੈ। ਰਾਤ ਨੂੰ ਸੁਪਨਾ ਆਉਂਦਾ, ਬੰਦਾ ਕਿੰਨਾ ਮਹਿਲ ਉਸਾਰ ਦਿੰਦਾ, ਦੁਨੀਆ ਉਸਾਰ ਦਿੰਦਾ, ਦੇਸ਼ਾਂ ਵਿਦੇਸ਼ਾਂ 'ਚ ਫਿਰ ਆਉਂਦਾ ਰਾਤੋਂ ਰਾਤ। ਸਵੇਰੇ ਉੱਠਦਾ ਤੇ ਉਹ ਕਿੱਥੇ ਗਿਆ ਹੁੰਦਾ ਹੈ, ਜਿੱਥੇ ਰਾਤ ਮੰਜੀ ਦੇ ਪਿਆ ਹੁੰਦਾ ਉੱਥੇ ਹੀ ਹੁੰਦਾ ਹੈ। ਨਾ ਤੇ ਕੋਈ ਪਦਾਰਥ ਹੈ, ਨਾ ਐਸ਼ੋ ਆਰਾਮ ਹੈ, ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਸੁਪਨਾ ਮਿਥਿਆ ਝੂਠਾ ਹੈ, ਉੱਠਣ 'ਤੇ ਖਤਮ ਹੋ ਜਾਂਦਾ ਹੈ। ਜਿਵੇਂ ਬਾਜੀਗਰ ਅਮਦਾਰੀ ਬਾਜੀ ਪਾਉਂਦਾ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭਿਖ ਦਿਖਲਾਈ। ਬੜੇ ਰੂਪ ਬਣ ਵਿਖਾਉਂਦਾ, ਕਦੀ ਰਾਜਾ ਬਣ ਜਾਂਦਾ ਹੈ, ਕਦੀ ਭਿਖਾਰੀ ਬਣ ਜਾਂਦਾ ਹੈ। ਤੇ ਉਹ ਵੇਖ ਕੇ ਹੈਰਾਨ ਹੁੰਦੇ ਨਾ, ਰਾਜਾ ਆ ਗਿਆ, ਹੁਣ ਭਿਖਾਰੀ ਆ ਗਿਆ। ਪਰ ਹੁੰਦਾ ਤੇ ਉਹ ਕੁਝ ਨਹੀਂ ਹੈ, ਝੂਠ ਹੁੰਦਾ ਹੈ। ਬਾਜੀਗਰ ਦਾ ਜਿਵੇਂ ਖੇਡ ਮਾਇਆ ਹੁੰਦਾ, ਝੂਠਾ ਹੁੰਦਾ, ਐਵੇਂ ਸੰਸਾਰ ਇਹ ਮਿਥਿਆ ਹੈ ਮੁੱਲਾ ਸਾਹਿਬ ਜੀ। ਲੱਖ ਇਨਸਾਚ ਕਰੇ ਜੋ ਗਹਾਵਾ। ਜਿਹੜਾ ਇਸ ਸੰਸਾਰ ਨੂੰ ਸੱਚ ਜਾਣ ਕੇ ਪਕੜ ਕਰਦਾ ਵੀ ਇਹ ਸੰਸਾਰ ਨਹੀਂ ਖਤਮ ਹੋਣਾ, ਅੰਤ ਕਾਲ ਤੇ ਹੋਏ ਪਛਤਾਵਾ। ਅੰਤ ਕਾਲ ਨੂੰ ਉਸ ਨੂੰ ਬੜਾ ਪਛਤਾਵਾ ਹੁੰਦਾ ਹੈ, ਜਦੋਂ ਇਸ ਝੂਠੇ ਸੰਸਾਰ 'ਚ ਪੈ ਕੇ ਬੰਦਾ ਆਪਣੇ ਕਿੱਤੇ ਕੰਮਾਂ ਨੂੰ ਮੁੱਖ ਰੱਖਦਾ ਹੈ, ਪਰਮੇਸ਼ਰ ਦਾ ਨਾਮ ਵੱਲ ਨਹੀਂ ਜੁੜਦਾ। ਜਦੋਂ ਜਾਨ ਨਿਕਲ ਲੱਗਦੀ ਹੈ, ਬੜਾ ਪਛਤਾਉਂਦਾ ਫਿਰ। ਜੋ ਜਾਣੈ ਇਹ ਮਿਥਿਆ ਭਾਸੀ। ਜਿਹੜਾ ਬ੍ਰਹਮ ਗਿਆਨੀ ਆ ਗਿਆਨ ਗੁਰੂ ਪਾਸੋਂ ਪਾ ਕੇ ਇਹ ਜਾਣਦਾ ਵੀ ਇਹ ਜਿਹੜਾ ਸੰਸਾਰ ਹੈ ਮਿਥਿਆ ਝੂਠਾ ਫਨਾ ਰੂਪ ਹੀ ਭਾਸ ਰਿਹਾ, ਪ੍ਰਤੀਤ ਹੀ ਹੋ ਰਿਹਾ ਖਾਲੀ। ਸੋ ਤਿਨ ਕੇ ਨਹਿ ਹੋਏ ਵਿਸਵਾਸੀ। ਉਹ ਇਸ ਸੰਸਾਰ ਦਾ ਵਿਸ਼ਵਾਸੀ ਨਹੀਂ ਹੁੰਦਾ ਹੈ। ਇਹ ਸੰਸਾਰ ਦੇ ਉਹ ਕਾਰ ਵਿਹਾਰਾਂ ਪਦਾਰਥਾਂ 'ਚ ਨਹੀਂ ਫਸਦਾ ਗਿਆਨੀ ਪੁਰਸ਼। ਤਾਂ ਤੇ ਜਗਤ ਪਦਾਰਥ ਪ੍ਰੀਤਾ। ਇਸ ਵਾਸਤੇ ਉਹ ਦੁਨੀਆ ਦੀ ਜਿਹੜੀ ਪਦਾਰਥ ਹੈ, ਜਿਨ੍ਹਾਂ ਨੂੰ ਵੇਖ ਕੇ ਦੁਨਿਆਵੀ ਬੰਦਾ ਆਪਣੀ ਹੋਸ਼ ਗਵਾ ਬਹਿੰਦਾ ਹੈ, ਕਹਿੰਦਾ ਮੈਂ ਇਸ ਨੂੰ ਆਪਣੇ ਘਰ ਵਿੱਚ ਲਿਆਉਣਾ ਹੀ ਲਿਆਉਣਾ ਹੈ, ਭਾਵੇਂ ਮੈਂ ਕਿੰਨਾ ਔਖਾ ਹੋ ਕੇ ਕੰਮ ਕਰਕੇ ਲਿਆਵਾਂ। ਉਹ ਬ੍ਰਹਮ ਗਿਆਨੀ, ਉਹ ਸੰਤ, ਉਹ ਗਿਆਨੀ ਪੁਰਸ਼
ਇਸੇ ਵਾਸਤੇ ਜਿਹੜੇ ਜਗਤ ਦੇ ਪਦਾਰਥਾਂ ਵਿੱਚ ਜਿਹੜੀ ਪ੍ਰੀਤੀ ਪ੍ਰੇਮ ਹੈ, ਹੋ ਨਾ ਕਰੋ ਜੇ ਹੋਏ ਵਿਪਰੀਤਾ। ਉਹ ਉਹਨਾਂ ਵਿੱਚ ਪ੍ਰੀਤੀ ਨਹੀਂ ਕਰਦਾ। ਇਸ ਕਰਕੇ ਮੁੱਲਾ ਜੀ ਜਿਹੜੇ ਪਦਾਰਥ ਦੁਨੀਆ ਦੇ ਸੁੱਖ ਉਲਟ ਹੋ ਜਾਣੇ ਅੰਤ ਨੂੰ, ਮੈਂ ਉਹਨਾਂ ਵਿੱਚ ਪ੍ਰੀਤੀ ਨਹੀਂ ਕਰਦਾ, ਪ੍ਰੇਮ ਨਹੀਂ ਕਰਦਾ ਹਾਂ। ਸਿਰ ਪਰ ਡਰ ਨਿਤ ਅਜਰਾਈਲਾ। ਮੈਂ ਜਿਹੜੇ ਇਹ ਪਦਾਰਥ ਨਾਸ ਹੋ ਜਾਣੇ, ਉਲਟ ਹੋ ਜਾਣੇ, ਉਹ ਮੈਂ ਨਹੀਂ ਕਰਦਾ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਨੂੰ ਤੇ ਹਮੇਸ਼ਾ ਹੀ ਸਿਰ ਉੱਪਰ ਹਮੇਸ਼ਾ ਜਿਹੜਾ ਮੌਤ ਦਾ ਫਰਿਸ਼ਤਾ ਉਹਦਾ ਡਰ ਬਣਿਆ ਹੈ। ਗਹਿ ਲੈ ਜਾਵਹਿ ਜੋ ਬਿਨ ਢੀਲਾ। ਜਿਸ ਦਿਨ ਉਹਦੀ ਵਾਰੀ ਆ ਗਈ ਮੌਤ ਦੇ ਫਰਿਸ਼ਤੇ ਦੀ, ਉਹ ਬਿਨਾਂ ਢਿੱਲ ਤੋਂ ਇਹ ਜੀਵ ਨੂੰ ਆ ਫੜ ਕੇ ਲੈ ਜਾਵੇਗਾ। ਲੱਖ ਪੁਕਾਰਾਂ ਕਰੇ ਕੋਈ ਨਹੀਂ ਛਡਾ ਸਕੇਗਾ। ਅਸ ਡਰ ਧਰ ਕਰ ਹੋ ਉਰ ਮਾਹੀ। ਐਸਾ ਹੀ ਡਰ ਧਰ ਕੇ ਅਸੀਂ ਆਪਣੇ ਹਿਰਦੇ ਦੇ ਵਿੱਚ ਤਵ ਭਵ ਵਿਵਹਾਰ ਹੋਤ ਹਿਤ ਨਾਹੀ। ਇਸੇ ਕਰਕੇ ਮੁੱਲਾ ਸਾਹਿਬ ਜੀ ਆਪਣੇ ਹਿਰਦੇ ਵਿੱਚ ਅਸਾਂ ਨੇ ਡਰ ਧਾਰਨ ਕੀਤਾ ਹੋਇਆ ਹੈ। ਤੇ ਇਹ ਜਿਹੜੇ ਸੰਸਾਰ ਦੇ ਵਿਹਾਰ ਕਾਰ ਹੈ, ਇਹਨਾਂ ਵਿੱਚ ਸਾਡਾ ਭੋਰਾ ਮਾਤਰ ਵੀ ਪ੍ਰੇਮ ਨਹੀਂ ਹੈ। ਬਿਸਮਯੁ ਮਨ ਇਮ ਸੁਨਤ ਮੁਲਾਨਾ। ਐਵੇਂ ਸੁਣ ਕਰਕੇ ਵੀ ਇਹਦੇ ਛੋਟੇ ਜਿਹੇ ਹੈ ਗੁਰੂ ਨਾਨਕ ਸਾਹਿਬ ਜੀ, ਇਹ ਕਿਹੋ ਜਿਹੀਆਂ ਗੱਲਾਂ ਕਰਦੇ, ਮਨ ਵਿੱਚ ਹੈਰਾਨ ਹੋ ਗਿਆ ਹੈ। ਸ੍ਰੀ ਗੁਰ ਸੋ ਪੁਨ ਬਚਨ ਬਖਾਨਾ। ਸੁਣ ਕੇ ਮਿਲਾਣਾ ਹਾਰ ਹੋ ਗਿਆ ਹੈ, ਹੈਰਾਨ ਹੋ ਗਿਆ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ ਬਾਲਕ ਛੋਟਾ ਜਿਹਾ। ਤੇ ਕੀ ਕਹਿੰਦਾ ਹੈ, ਸੁਣ ਸ੍ਰੀ ਗੁਰ ਸੋ ਪੁਨ ਬਚਨ ਬਖਾਨਾ। ਇਹ ਮੁੱਲਾ ਜਿਹੜਾ ਕੁਤਬਦੀਨ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਇਵੇਂ ਇਹ ਕਹਿਣ ਲੱਗਾ, ਅਬ ਲੋ ਤੁਮਰੀ ਬਾਲਕ ਬੈਸਾ। ਕਹਿੰਦਾ ਵੇਖੋ ਗੁਰੂ ਨਾਨਕ ਸਾਹਿਬ ਜੀ, ਆ ਤੁਸੀਂ ਕੀ ਫਿਕਰ ਕਰਦੇ ਹੋ, ਹਜੇ ਤੇ ਤੁਹਾਡੀ ਉਮਰ ਬੱਚਿਆਂ ਵਾਲੀ ਹੈ। ਬਚਨ ਉਚਾਰਤ ਹੋ ਮੁਖ ਕੈਸਾ। ਮੁਖੋਂ ਕਿਹੋ ਜਿਹੇ ਬਚਨ ਕਹਿੰਦੇ ਹੋ, ਆ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ, ਅਜੇ ਤੇ ਤੁਸੀਂ ਬੱਚੇ ਹੋ ਛੋਟੇ ਜੇ। ਹਮਸੇ ਬ੍ਰਿਧ ਆਰ ਬਲ ਬੀਤੀ। ਵੇਖੋ ਸਾਡੇ ਵਰਗੇ ਜਿਹੜੇ ਬੁੱਢੇ ਐ, ਆ ਬੁੱਢੇ ਅਸੀਂ ਹੋ ਗਏ ਆ, ਬੁੱਢਿਆਂ ਵਾਂਗ ਉਮਰ ਸਾਡੀ ਲੰਘ ਰਹੀ, ਬੀਤ ਰਹੀ ਹੈ। ਤਿਨ ਕੋ ਚਹੀਅਤ ਹੈ ਅਸ ਰੀਤੀ। ਤੇ ਇਹ ਤੇ ਜਿਹੜੀ ਰੀਤੀ ਹੈ ਨਾ, ਇਹ ਤੇ ਜਿਹੜੇ ਸਾਡੇ ਵਰਗੇ ਬੁੱਢੇ ਜਾਂ ਅਸੀਂ ਬੁੱਢੇ ਹੋ ਗਏ ਆ, ਉਮਰ ਲੰਘ ਰਹੀ ਹੈ, ਇਹ ਤੇ ਗੁਰੂ ਨਾਨਕ ਸਾਹਿਬ ਜੀ ਇਹੋ ਜਿਹੀ ਰੀਤੀ ਮਰਿਆਦਾ ਤੇ ਸਾਨੂੰ ਕਰਨੀ ਚਾਹੀਦੀ ਹੈ। ਸਾਨੂੰ ਸੋਚਣਾ ਚਾਹੀਦਾ ਵੀ ਉਮਰ ਲੰਘ ਰਹੀ ਹੈ ਤੇ ਤੁਹਾਡੀ ਤੇ ਹਜੇ ਕੀ ਉਮਰ ਹੈ। ਅਬ ਬਾਲਕ ਲੀਲਾ ਉਰ ਧਰੀਏ। ਇਸ ਕਰਕੇ ਮੈਂ ਕਹਿੰਦਾ ਹਾਂ ਤੁਸੀਂ ਛੋਟੇ ਹੋ, ਹੁਣ ਤੇ ਤੁਹਾਡਾ ਫਰਜ਼ ਹੈ ਬੱਚਿਆਂ ਵਾਂਗ ਖੇਡੋ ਮੱਲੋ। ਆ ਬੱਚਿਆਂ ਵਾਂਗ ਮਸਤੀ ਮਾਰੋ, ਖੇਡੋ, ਮੌਜਾਂ ਮਾਣੋ। ਇਵੇਂ ਦੀ ਜਿਹੜੀ ਲੀਲਾ ਹੈ ਨਾ, ਉਹਨੂੰ ਧਾਰਨ ਕਰੀਏ, ਆ ਖੇਡੋ ਮੱਲੋ। ਹੁਣ ਏਕ ਫਿਕਰ ਕੋ ਜ਼ਿਕਰ ਨਾ ਕਰੀਏ। ਇਸ ਫਿਕਰ ਨੂੰ ਜ਼ਿਕਰ ਨਾ ਕਰੋ ਤੁਸੀਂ ਕਿ ਦੁਨੀਆ ਖਤਮ ਹੋ ਜਾਣ ਵਾਲੀ ਹੈ, ਇਹ ਪਦਾਰਥ ਝੂਠੇ ਹੈ, ਇੱਥੋਂ ਚਲ ਜਾਣਾ ਹੈ। ਮੌਤ ਦੇ ਫਰਿਸ਼ਤੇ ਨੇ ਕੇਸ ਫੜੇ ਹੋਏ 24 ਘੰਟੇ, ਪਤਾ ਨਹੀਂ ਕਦੋਂ ਪਟਕਾ ਕੇ ਮਾਰੇ, ਤੇ ਦੁਨੀਆ ਦੇ ਵਿੱਚ ਉਮਰ ਬੀਤ ਰਹੀ ਹੈ। ਇਹੋ ਜਿਹੇ ਜਿਹੜੇ ਫਿਕਰ ਹੈ ਨਾ ਗੁਰੂ ਨਾਨਕ ਸਾਹਿਬ ਜੀ, ਤੁਸੀਂ ਨਾ ਦਿਲ ਤੇ ਲਿਆਈਏ, ਇਹਦਾ ਨਾ ਪ੍ਰਸੰਗ ਦਾ ਜ਼ਿਕਰ ਕਰੀਏ, ਇਹੋ ਜਿਹੀਆਂ ਗੱਲਾਂ ਨਾ ਕਰੀਏ। ਤਰਨ ਹੋਏ ਤਨ ਬਨਤਾ ਸੰਗਾ। ਅੱਜ ਜਦੋਂ ਤੁਸੀਂ ਜਵਾਨ ਹੋ ਜਾਓਗੇ ਤੇ ਪੈਸਾ ਕੋਲ ਆਊਗਾ, ਇਸਤਰੀ ਕੋਲ ਆਊਗੀ, ਉਹ ਇਸਤਰੀ ਤੇ ਪੈਸੇ ਨਾਲ ਸੁਖ ਭੋਗਹੁ ਕਰ ਹਿਰਦੈ ਉਮੰਗਾ। ਆ ਮਨ ਵਿੱਚ ਹਿਰਦੇ 'ਚ ਬੜੀ ਖੁਸ਼ੀ ਮਾਣ ਕੇ ਸੁੱਖ ਭੋਗੋ, ਪੈਸਾ ਵਰਤਿਓ, ਇਸਤਰੀ ਨਾਲ ਆਪਣੀ ਜ਼ਿੰਦਗੀ ਬਿਤਾਇਓ, ਤੇ ਬਾਕੀ ਦੀਆਂ ਗੱਲਾਂ ਸਾਰੀਆਂ ਤੁਸੀਂ ਛੱਡ ਦਿਓ। ਅਸ ਬਿਦ ਬ੍ਰਿਧ ਹੋਏ ਕਰ ਕੀਜੈ। ਇਹ ਜਿਹੜਾ ਤੁਸੀਂ ਹੁਣ ਕਹਿੰਦੇ ਹੋ ਕਿ ਉਮਰ ਲੰਘ ਰਹੀ ਹੈ, ਇਹੋ ਜਿਹਾ ਜਿਹੜਾ ਕਾਰ ਵਿਹਾਰ ਹੈ ਨਾ,
ਇਹ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਸੀਂ ਵੱਡੇ ਹੋ ਜਾਓਗੇ ਇਹੋ ਜਿਹਾ ਕੰਮ ਕਾਰ ਕਰ ਲਈਏ। ਅਬ ਸਨ ਬੰਧਨ ਕੋ ਸੁਖ ਦੀਜੈ। ਜਦੋਂ ਤੁਸੀਂ ਬੁੱਢੇ ਹੋ ਜਾਓਗੇ ਉਦੋਂ ਇਹੋ ਜਿਹਾ ਕੰਮ ਕਾਰ ਕਰ ਲਿਓ, ਉਦੋਂ ਇਹੋ ਜਿਹੀਆਂ ਸੋਚਾਂ ਸੋਚੋ। ਹੁਣ ਨਹੀਂ ਸੋਚਣ ਦੀ ਕੋਈ ਜ਼ਰੂਰਤ। ਹੁਣ ਤੇ ਆ ਤੁਹਾਡੇ ਸੰਬੰਧੀ ਇਕੱਠੇ ਹੋਏ ਐ, ਤੁਹਾਡੇ ਚਾਚਾ ਜੀ ਵੇਖੋ, ਪਿਤਾ ਵੱਲ ਵੇਖੋ, ਮਾਂ ਵੱਲ ਵੇਖੋ, ਆ ਕਿੰਨੇ ਤੁਹਾਡੇ ਬੇਦੀ ਬੰਸ ਦੇ ਤੁਹਾਡੇ ਆਂਢ ਗੁਆਂਢ ਇਕੱਠੇ ਹੋਏ ਐ, ਰਿਸ਼ਤੇਦਾਰ। ਇਹਨਾਂ ਨੂੰ ਸੁੱਖ ਕਰੀਏ ਹੁਣ। ਸ੍ਰੀ ਨਾਨਕ ਸੁਨ ਕਰ ਤੇ ਬਾਣੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮੁੱਲਾ ਕਾਜੀ ਦੀ ਇਹੋ ਜਿਹੀ ਬਾਣੀ ਸੁਣ ਕੇ ਜੋ ਬੇਮੁਖਤਾ ਪਦ ਕਰ ਸਾਨੀ। ਜਿਹੜੀ ਬਾਣੀ ਜਿਹੜੀ ਬੋਲੀ ਉਸ ਪਰਮੇਸ਼ਰ ਤੋਂ ਬੇਮੁਖ ਕਰ ਦੇਣ ਵਾਲੇ ਪਦ ਸ਼ਬਦ ਹੈ ਨਾ, ਜਿਹੜੇ ਬੇਮੁਖ ਕਰ ਦੇਣ ਵਾਲੇ ਸ਼ਬਦ ਐਵੇਂ ਮਿਲੇ ਹੋਏ ਹੈ ਉਸ ਵਾਹਿਗੁਰੂ ਖੁਦਾ ਤੋਂ ਤੋੜਨ ਵਾਲੇ, ਇਹੋ ਜਿਹੀਆਂ ਗੱਲਾਂ ਨੂੰ, ਇਹੋ ਜਿਹੀਆਂ ਬੋਲਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ ਪਰਮ ਮਨੋਹਰ ਬਚਨਾ। ਜੋ ਸਤਿਗੁਰੂ ਨਾਨਕ ਮਹਾਰਾਜ ਜੀ ਹੈ, ਬੜੇ ਮਨੋਹਰ ਮਨ ਨੂੰ ਹਰ ਲੈਣ ਵਾਲੇ, ਸਾਰੇ ਖਿਆਲਾਂ ਨੂੰ ਨਾਸ ਕਰ ਦੇਣ ਵਾਲੇ ਸੁੰਦਰ ਬਚਨ ਬੋਲੇ ਐ। ਜਿਨ ਮਹਿ ਉਪਦੇਸ਼ ਹੈ ਕੀ ਰਚਨਾ। ਜਿਨ੍ਹਾਂ ਬਚਨਾਂ ਦੇ ਵਿੱਚ ਆ ਵੱਡੇ ਵੱਡੇ ਸਾਰੇ ਆਲਮ ਕੁੱਲ ਦੁਨੀਆ ਨੂੰ ਉਪਦੇਸ਼ ਦੇਣ ਦੀ ਰਚਨਾ ਹੈ। ਜੋ ਤੂੰ ਲਖ ਹੈ ਆਰ ਬਲ ਸਾਰੀ। ਗੁਰੂ ਨਾਨਕ ਸਾਹਿਬ ਜੀ ਹੁਣ ਕਹਿ ਰਹੇ ਮੁੱਲਾਂ ਨੂੰ, ਇਹ ਜਿੰਨੇ ਸਵਾਲ ਹੈ ਨਾ, ਇਹ ਸਾਧ ਸੰਗਤ ਜੀ ਸਾਡੇ ਹੀ ਸਵਾਲ ਹੈ। ਅਸੀਂ ਵੀ ਇਹੋ ਹੀ ਕਹਿੰਦੇ ਹਾਂ, ਅਖੀਰਲੀ ਉਮਰ 'ਚ ਜਪ ਲਵਾਂਗੇ, ਹਾਲੇ ਤੇਰੀ ਉਮਰ ਕੀ ਹੈ, ਪੜ੍ਹਨ ਲਿਖਣ ਦੀ ਤੇਰੀ ਉਮਰ ਹੈ, ਤੂੰ ਪੜ੍ਹ ਲਿਖ ਨੌਕਰੀ ਚਾਕਰੀ ਕਰ, ਹਜੇ ਉਮਰ ਹੀ ਕੀ ਹੈ ਤੇਰੀ। ਪਰ ਸਤਿਗੁਰ ਜੀ ਨੇ ਇੱਥੇ ਉਪਦੇਸ਼ ਸਰਵਣ ਕਰਾਇਆ, ਭਾਈ ਤੈਨੂੰ ਕੀ ਪਤਾ ਹੈ ਤੇਰੀ ਮੌਤ ਕਿਸ ਦਿਨ ਆ ਜਾਣੀ ਹੈ। ਤੂੰ ਕਹਿੰਦਾ ਮੇਰੀ ਉਮਰ ਬੜੀ ਹੈ, 100 ਸਾਲ ਉਮਰ ਹੈ। ਉਹਦੇ ਮੌਤ ਦਾ ਜਿਹੜਾ ਫਰਿਸ਼ਤਾ ਤੇਰੇ ਸਿਰ ਦੇ ਉੱਪਰ ਸਦਾ ਹੀ ਖੜਾ ਹੈ। ਜਿਸ ਦਿਨ ਸਵਾਸ ਪੂਰੇ ਹੋ ਗਏ, ਇੱਕ ਨਹੀਂ ਵੱਧ ਲੈਣ ਦੇਣਾ ਉਹਨੇ। ਕੇਸਾਂ ਤੋਂ ਫੜਨਾ ਹੈ, ਪਟਕਾ ਕੇ ਮਾਰਨਾ, ਜਾਨ ਕੱਢ ਦੇਣੀ ਹੈ। ਜਿੰਦਨ ਮਾਣੀ ਕੱਢੀਏ ਹੱਡਾਂ ਕੂਕੜ ਕਾਏ। ਹੱਡਾਂ ਨੂੰ ਤੋੜ ਤੋੜ ਕੇ ਜਿੰਦ ਕੱਢ ਲੈਣੀ ਉਹਨੇ ਜਮਾ ਨੇ। ਤੇ ਤੂੰ ਕਹਿੰਦਾ ਮੇਰੀ ਉਮਰ ਬੜੀ ਹੈ। ਇਹ ਜਿਹੜੀ ਸਾਧ ਸੰਗਤ ਜੀ ਮੁੱਲਾ ਕੁਤਬਦੀਨ ਨੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਹੈ। ਸਾਰਾ ਪਰਿਵਾਰ ਉੱਥੇ ਹੈ, ਲਾਗੋਂ ਆਂਢ ਗੁਆਂਢ ਦੇ ਲੋਕ ਇਕੱਠੇ ਹੋਏ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਭੂਤ ਚੰਬੜਿਆ ਹੋਇਆ ਹੈ ਤੇ ਅੱਜ ਮੁੱਲਾ ਜਿਹੜਾ ਭੂਤ ਕੱਢੇਗਾ। ਵੇਖੋ ਕਿਵੇਂ ਭੂਤ ਬੋਲਦਾ ਆਪਾਂ ਸੁਣਦੇ ਹਾਂ। ਇਕੱਠੇ ਬੜੇ ਜਾਣੇ ਹੋਏ। ਜਦੋਂ ਮੁਲਾਣੇ ਨੇ ਇਹੋ ਜਿਹੇ ਬਚਨ ਕਹੇ ਹੈ, ਗੁਰੂ ਨਾਨਕ ਸਾਹਿਬ ਜੀ ਉਸ ਵਕਤ ਮਿੱਠੇ ਬਚਨਾਂ ਵਿੱਚ ਬੋਲੇ ਹੈ ਕਿ ਮੁੱਲਾ ਸਾਹਿਬ ਜੀ, ਜਿਹੜੀ ਤੂੰ ਇਸ ਬੰਦੇ ਦੀ ਉਮਰ ਜਾਣਦਾ ਹੈ, ਇਹ ਪ੍ਰਾਣੀ ਦੀ ਜਿਹੜੀ ਉਮਰ ਜਾਣਦਾ ਵੀ ਇਸ ਦੀ ਤੇ ਹਜੇ ਇੰਨੀ ਉਮਰ ਹੈ। ਬਿਨਾ ਭਜਨ ਇਹ ਜਾਤ ਬਿਕਾਰੀ। ਇਹ ਬੰਦੇ ਦੀ ਸਾਰੀ ਜਿਹੜੀ ਉਮਰ ਹੈ ਪਰਮੇਸ਼ਰ ਦੇ ਭਜਨ ਤੋਂ, ਸਿਮਰਨ ਤੋਂ ਬਿਨਾ, ਸੰਗਤ ਤੋਂ ਬਿਨਾ ਅਤੇ ਕੰਮਾਂ ਕਾਰਾਂ ਵਿਹਾਰਾਂ ਵਿਕਾਰਾਂ ਤੇ ਫਾਲਤੂ ਦੇ ਕੰਮਾਂ ਵਿੱਚ ਹੀ ਲੰਘਦੀ ਜਾ ਰਹੀ ਹੈ। 100 ਬਰਖ ਆਰ ਬਲ ਪ੍ਰਾਨੀ। ਇਹ ਤੇ ਵਿਸ਼ੇ ਭੋਗਦਾ ਏ, ਬਿਨਾ ਸਿਮਰਨ ਤੋਂ ਇਹਦੀ ਉਮਰ ਲੰਘਦੀ ਜਾ ਰਹੀ ਹੈ। 100 ਬਰਖ ਆਰ ਬਲ ਪ੍ਰਾਣੀ। ਮੁੱਲਾ ਸਾਹਿਬ ਜੀ ਕਲਯੁਗ ਦੇ ਵਿੱਚ ਪੁਰਾਣਾ ਧਾਰੀ ਇਸ ਮਨੁੱਖ ਦੀ ਜਿਹੜੀ ਉਮਰ ਹੈ 100 ਸਾਲ ਹੈ। ਜੇ ਜੀਵਹਿ ਤਿਨ ਕਹੋ ਕਹਾਣੀ। ਜਿਸ ਤਰ੍ਹਾਂ ਇਹ ਜੀਵ ਜੀਂਦਾ ਹੈ 100 ਸਾਲ ਦੀ ਉਮਰ ਵਿੱਚ, ਮੈਂ ਤੁਹਾਨੂੰ ਉਹ ਕਥਾ ਕਹਾਣੀ ਕਹਿਣਾ ਹਾਂ ਕਿਵੇਂ ਉਮਰ ਲਗਾਉਂਦਾ ਬੰਦਾ ਆਪਣੀ 100 ਸਾਲ। ਇਹ ਮੁੱਲਾ ਤੂੰ ਸੁਣ ਕੰਨ ਦੇ ਕੇ। ਅਰਧ ਨੀਂਦ ਬਸ ਕਰਤਿਓ ਸੈਨਾ। ਸੁਣੋ 100 ਸਾਲ ਉਮਰ ਬੰਦੇ ਦੀ ਕਿਵੇਂ ਲੰਘਦੀ ਹੈ। ਮੁੱਲਾ ਸਾਹਿਬ ਜੀ, ਅੱਧੀ ਉਮਰ ਤੇ ਬੰਦੇ ਦੀ ਆ ਸੁੱਤਿਆਂ ਹੀ ਲੰਘ ਜਾਂਦੀ ਹੈ। ਬੰਦਾ ਜਿਉਂ ਸੌਂਦਾ ਹੈ 6-7 ਵਜੇ, ਸਵੇਰੇ 9 ਵਜੇ ਉੱਠਦਾ ਹੈ ਤੇ 100 ਸਾਲ ਵਿੱਚੋਂ ਅੱਧੀ ਉਮਰ ਇਹਦੀ ਸੁੱਤਿਆਂ ਲੰਘ ਜਾਂਦੀ ਹੈ। ਕਈ ਇਹੋ ਜਿਹੇ ਹੈ ਜਿਹੜੇ 12-12 ਘੰਟੇ 16-16 ਘੰਟੇ ਸੌਣ ਵਾਲੇ ਹੈ।
ਤੇ ਉਹਨਾਂ ਦੀ ਉਮਰ ਵੇਖੋ 100 ਸਾਲ 'ਚ ਫਿਰ ਕਿੱਥੇ ਜਾ ਰਹੀ ਹੈ। ਮਹਾਰਾਜ ਕਹਿੰਦੇ ਵੀ ਅੱਧੀ ਜਿਹੜੀ ਉਮਰ ਹੈ ਉਹ ਤੇ ਬੰਦੇ ਦੀ ਭਾਵ 50 ਕੁ ਸਾਲ ਤੇ ਸੁੱਤਿਆਂ ਹੀ ਲੰਘ ਜਾਂਦੀ ਹੈ। ਗੁਦਰ ਗਏ ਲਖੀਏ ਨਿਜ ਨੈਣਾ। ਤੂੰ ਆਪਣੀ ਅੱਖਾਂ ਨਾਲ ਹੀ ਧਿਆਨ ਨਾਲ ਵੇਖ, ਇੱਧਰ ਉੱਧਰ ਝਾਤੀ ਮਾਰ ਕੇ ਲੋਕਾਂ ਵਿੱਚ, ਵੀ ਲੋਕਾਂ ਦੇ 50 ਸਾਲ ਸੁੱਤਿਆਂ ਗੁਜ਼ਰ ਗਏ ਆ ਕਿ ਜਾਂ ਨਹੀਂ ਗੁਜ਼ਰੇ। 15 ਬਰਖ ਤੀਕ ਅਨਜਾਨਾ। ਬਾਕੀ ਜਿਹੜੇ ਇਹਦੇ ਜਦੋਂ ਜਨਮ ਲੈਂਦਾ ਹੈ 15 ਸਾਲ ਤੱਕ ਤੇ ਇਹ ਤੇ ਆਪਣੇ ਅਣਜਾਣਾ ਵਾਂਗ ਹੀ ਬੰਦਾ ਉਮਰ ਲਗਾ ਲੈਂਦਾ ਹੈ। ਉਦੋਂ ਬੱਚੇ ਨੇ ਗਲਤੀਆਂ ਕਰਦਾ ਹੈ, ਜੇ ਕੋਈ ਕੁਝ ਕਹਿੰਦਾ ਵੀ ਤੂੰ ਗਲਤੀ ਨਾ ਕਰ ਤੇ ਮਾਂ ਪਿਓ ਹੀ ਅਗਲੇ ਦੇ ਗਲ ਪੈ ਜਾਂਦੇ। ਫਿਰ ਕਿਹੜੀ ਗੱਲ ਹੈ ਜਦੋਂ ਇਹਦੀ ਉਮਰ ਹੀ ਕੀ ਹੈ। ਨਿਆਣਾ ਹੈ, ਸਮਝ ਜਾਏਗਾ, ਕੋਈ ਗੱਲ ਨਹੀਂ ਹੈ, ਛੋਟਾ ਹੀ ਹੈ, ਗਲਤੀਆਂ ਕਰੇਗਾ, ਵੱਡਾ ਹੋਵੇਗਾ ਆਪੇ ਹਟ ਜਾਵੇਗਾ। 15 ਸਾਲ ਇਹ ਉਮਰ ਆਪਣੀ ਅਣਜਾਣਾ ਬੇਸਮਝਾਂ ਵਾਂਗ ਹੀ ਬਿਤਾ ਦਿੰਦਾ। ਪਹਿਲੇ 15 ਸਾਲ ਬਾਲ ਪਨੇ ਮਹਿ ਕਰੀ ਬਿਹਾਨਾ। ਬਚਪਨੇ ਵਿੱਚ ਹੀ ਉਮਰ ਬਿਤਾ ਦਿੰਦਾ ਹੈ, ਗਲਤੀਆਂ ਕਰੀ ਜਾਂਦਾ ਹੈ। ਉਹ ਮਾਂ ਪਿਓ ਹੀ ਹਾਮੀ ਭਰੀ ਜਾਂਦੇ, ਹਜੇ ਤੇ ਬੱਚਾ ਸੁਧਰ ਜਾਵੇਗਾ ਅੱਗੇ ਜਾ ਕੇ। 80 ਬਰਖ ਹੈ ਤੇ ਜੋ ਵਧਾ ਹੈ। ਬਾਕੀ ਜਿਹੜੀ 80 ਸਾਲ ਤੋਂ ਉੱਪਰਲੀ ਉਮਰ ਹੈ ਵੱਧ, ਭਾਵ 80 ਤੋਂ 120 ਸਾਲ, ਜਿਹੜੀ ਇਹਦੀ 80 ਤੋਂ ਉੱਪਰਲੀ ਵਧੀਕ 20 ਸਾਲ ਉਮਰ ਹੈ। ਲੋਚਨ ਦਿਖੈ ਨਾ ਸ਼ਰੌਨ ਸੁਨੈ ਹੈ। ਅੱਖਾਂ ਨਾਲ ਇਹਨੂੰ ਕੋਈ ਦਿਸਦਾ ਕੋਈ ਨਹੀਂ ਹੈ। ਜਦੋਂ 80 ਤੋਂ ਟੱਪ ਜਾਂਦਾ ਹੈ, ਅੱਖਾਂ ਨਾਲ ਦਿਸਦਾ ਕੋਈ ਨਹੀਂ, ਕੰਨਾਂ ਨਾਲ ਸੁਣਦਾ ਕੋਈ ਨਹੀਂ। ਉਹ ਆਵਾਜ਼ਾਂ ਮਾਰਦੇ, ਕੋਈ ਗੱਲ ਕਹਿੰਦੇ ਸੁਣਦਾ ਨਹੀਂ ਹੈ। ਤੇ ਫਿਰ ਉਹ ਪੋਤਰੇ ਪੋਤਰੀਆਂ ਮਖੌਲ ਕਰਦੇ ਹੈ, ਦਾਦਾ ਜੀ ਤੇ ਚੁਬਾਰੇ ਚੜੇ ਹੋਏ ਹੈ, ਦਾਦੀ ਜੀ ਚੁਬਾਰੇ ਚੜੇ ਹੋਏ ਹੈ। ਜਿਹਨੂੰ ਸੁਣੇ ਇਹਨਾਂ ਨੂੰ ਕਹਿੰਦੇ ਚੁਬਾਰੇ ਚੜਿਆ ਹੋਇਆ ਹੈ, ਦਿਖੇ ਨਾ ਕਹਿੰਦੇ ਵੀ ਇਹਦੇ ਹੁਣ ਇਹਦੇ ਦਿਖਦਾ ਨਹੀਂ ਹੈ। ਹੇ ਮੁੱਲਾ, 80 ਤੋਂ ਜਿਹੜੀ 100 ਸਾਲ ਉਮਰ 20 ਸਾਲ ਹੈ, ਉਹ 20 ਸਾਲ ਦੇ ਵਿੱਚ ਤੇ ਬੰਦੇ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਅੱਖਾਂ ਨਾਲ ਦਿਸਦਾ ਕੋਈ ਨਹੀਂ ਹੈ ਤੇ ਕੰਨਾਂ ਨਾਲ ਸੁਣਦਾ ਕੋਈ ਨਹੀਂ। ਘਰ ਵਾਲੇ ਕਹਿੰਦੇ, ਪਿੰਡ ਵਾਲੇ ਕਹਿੰਦੇ ਚੁਬਾਰੇ ਚੜਿਆ ਇਹ। ਦੋਹਰਾ ਵਿਆਕੁਲਤਾ ਇੰਦਰੀਨ ਕੀ। ਜਿਹੜੀ ਇੰਦਰੀਆਂ, ਗਿਆਨ ਇੰਦਰੀਆਂ, ਉਹਨਾਂ ਦੀ ਵਿਆਕੁਲਤਾ ਹੋ ਜਾਂਦੀ ਹੈ, ਸਥਲਤਾ ਹੋ ਜਾਂਦੀ, ਕਮਜ਼ੋਰ ਪੈ ਜਾਂਦੀਆਂ। ਅੱਖਾਂ 'ਚ ਪਾਣੀ ਵਗਣ ਲੱਗ ਪੈਂਦਾ ਹੈ, ਚਿੱਟਾ ਪੈ ਜਾਂਦਾ ਹੈ, ਦਿਖਦਾ ਕੁਝ ਹੈ ਨਹੀਂ, ਕੰਨਾਂ ਨਾਲ ਸੁਣਦਾ ਕੁਝ ਨਹੀਂ, ਜ਼ਬਾਨ ਤੋਂ ਕੁਝ ਬੋਲਿਆ ਨਹੀਂ ਜਾਂਦਾ ਹੈ। ਇਹੋ ਜਿਹੀ ਹਾਲਤ ਹੁੰਦੀ ਹੈ। ਖਾਧਾ ਕੁਝ ਨਹੀਂ ਜਾਂਦਾ ਹੈ, ਦੰਦ ਮੂੰਹ 'ਚ ਕੋਈ ਨਹੀਂ ਰਹਿੰਦਾ ਹੈ। ਜਿਵੇਂ ਭਗਤ ਜੀ ਕਹਿੰਦੇ ਹੈ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਹੇ ਮਨੁੱਖ, ਤੇਰੀਆਂ ਅੱਖਾਂ 'ਚ ਹੁਣ ਪਾਣੀ ਵਗ ਰਿਹਾ ਹੈ ਤੇ ਤੇਰੀ ਦੇਹ ਕਮਜ਼ੋਰ ਹੋ ਗਈ, ਧੌਲੇ ਤੇਰੇ ਚਿੱਟੇ ਹੋ ਗਏ ਆ, ਕੇਸ ਤੇਰੇ ਚਿੱਟੇ ਹੋ ਗਏ, ਧੌਲੇ ਤੈਨੂੰ ਆ ਗਏ ਆ, ਝਾਟਾ ਤੇਰਾ ਖਰਾਬ ਹੋ ਗਿਆ ਹੈ। ਤੇ ਜਿਹੜਾ ਤੇਰਾ ਸ਼ਬਦ ਹੈ ਕੰਠ ਵਿੱਚੋਂ ਨਿਕਲਦਾ ਨਹੀਂ ਹੈ, ਜ਼ੁਬਾਨ ਤੇਰੀ ਕੰਬਦੀ ਹੈ। ਅਬ ਕਿਆ ਕਰਹਿ ਪ੍ਰਾਨੀ। ਹੇ ਪ੍ਰਾਣੀ, ਹੁਣ ਤੂੰ ਕੀ ਕਰ ਸਕਦਾ ਹੈ। ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ। ਜਿਨ੍ਹਾਂ ਨੇ ਕਾਲੇ ਕੇਸਾਂ ਨਾਲ ਪਰਮੇਸ਼ਰ ਨੂੰ ਨਹੀਂ ਸਿਮਰਿਆ, ਤੇ ਬੁੱਢੇ ਵਾਲੇ ਤੇ ਕੋਈ ਭਾਗਾਂ ਵਾਲਾ ਹੀ ਹੈ ਜਿਹੜਾ ਸਿਮਰੇ। ਉਹ ਤੇ ਇੰਨੇ ਜੋਗਾ ਰਹਿ ਹੀ ਨਹੀਂ ਜਾਂਦਾ, ਫਿਰ ਤੇ ਰੋਂਦਾ ਰਹਿੰਦਾ ਹੈ, ਮੈਨੂੰ ਕਾਲੀ ਪੈਂਦੀ ਹੈ, ਮੇਰੇ ਕੋਲ ਤੁਰਿਆ ਨਹੀਂ ਜਾਂਦਾ ਹੈ, ਕਈ ਬਹਾਨੇ ਘੜਦਾ ਫਿਰ। ਤੇ ਜਵਾਨੀ ਵੇਲੇ ਕਹਿੰਦਾ ਹਜੇ ਬਥੇਰੀ ਉਮਰ ਪਈ ਹੈ, ਨਿਆਣੇ ਧੀਆਂ ਪੁੱਤ ਵਿਆਹ ਲਈਏ, ਕਈ ਕੰਮ ਕਰ ਲਈਏ। ਇੱਥੇ ਗੁਰੂ ਸਾਹਿਬ ਜੀ ਵੇਖ ਲਓ, ਕੋਈ ਆਪਣੀ ਗੱਲ ਨਹੀਂ ਹੈ, ਇੱਥੇ ਆ ਹੀ ਰਿਹਾ ਸਾਰਾ ਕੁਝ। ਮਹਾਰਾਜ ਕਹਿੰਦੇ ਹੈ, ਜਿਹੜੀਆਂ ਗਿਆਨ ਇੰਦਰੀਆਂ ਜਿਨ੍ਹਾਂ ਨਾਲ ਵੇਖਣਾ ਹੈ, ਜਿਨ੍ਹਾਂ ਨਾਲ ਸੁਣਨਾ ਹੈ, ਕੋਈ ਵਚਨ ਕਰਨਾ, ਉਹ ਸਥਲ ਪੈ ਜਾਂਦੀਆਂ, ਕਮਜ਼ੋਰ ਪੈ ਜਾਂਦੀਆਂ, ਵਿਗਾਕੁਲ ਹੋ ਜਾਂਦੀਆਂ ਹੈ। ਸੁਧ ਨਹਿ ਸਕਹਿ ਸੰਭਾਰ। ਫਿਰ ਤੇ ਬੰਦੇ ਨੂੰ ਆਪਣੇ ਆਪ ਦੀ ਵੀ ਜਿਹੜੀ ਸੁੱਧ ਖਬਰ ਨਹੀਂ ਹੁੰਦੀ, ਆਪਣਾ ਆਪ ਵੀ ਨਹੀਂ ਸੰਭਾਲ ਸਕਦਾ। ਦੇਹ
ਕਿਰਿਆ ਕਰਨੀ ਕਠਨ। ਜਿਹੜੀ ਦੇਹ ਦੀ ਕਿਰਿਆ ਉਹ ਵੀ ਕਰਨੀ ਨੂੰ ਕਠਨ ਹੋ ਜਾਂਦੀ ਹੈ। ਜੇ ਇਹਨੇ ਮਲ ਮੂਤਰ ਕਰਨਾ, ਕਹਿੰਦਾ ਕੋਈ ਠਾਓ ਤੇ ਮੈਂ ਕਰਾਂ, ਨਹੀਂ ਸੁਣਦੇ ਤੇ ਫਿਰ ਬਿਸਤਰੇ ਤੇ ਕਈ ਕੁਝ ਕਰ ਦਿੰਦਾ ਹੈ। ਇਹਦੀ ਤੇ ਦੇਹ ਵੀ ਆ ਕਿਰਿਆ ਕਰਨ ਵਿੱਚ ਇਹਨੂੰ ਕਠਨ ਹੋ ਜਾਂਦੀ ਹੈ। ਤਪ ਕਸ ਹਰ ਉਰਤਾਰ। ਤੂੰ ਦੱਸ ਮੁੱਲਾ, ਫਿਰ ਇਹ ਬੰਦਾ ਕੈਸੇ ਪਰਮੇਸ਼ਰ ਨੂੰ ਹਿਰਦੇ 'ਚ ਧਾਰਨ ਕਰੇਗਾ? ਕਿਵੇਂ ਫਿਰ ਵਾਹਿਗੁਰੂ ਵਾਹਿਗੁਰੂ ਕਰੇਗਾ? ਫਿਰ ਤੇ ਇਹਦੀ ਆਪਣੀ ਹਾਲਤ ਬੁਰੀ ਹੋ ਜਾਂਦੀ ਹੈ। ਚੌਪਈ ਕੁਸ਼ਕ ਰਹੇ ਤਿਨ ਕੀ ਸੁਨ ਗਿਣਤੀ। ਕੁਝ ਕੁ ਜਿਹੜੇ ਰਹਿੰਦੇ ਸਾਲ ਹੈ ਤੇ ਉਹਨਾਂ ਦੀ ਵੀ ਗਿਣਤੀ ਸੁਣ ਕਿ 50 ਸਾਲ ਬੰਦੇ ਦੀ ਸੁੱਤਿਆਂ ਲੰਘ ਗਈ, 15 ਸਾਲ ਅਣਜਾਣਪੁਣੇ 'ਚ ਲੰਘ ਗਏ ਤੇ 65 ਸਾਲ ਹੋ ਗਈ, ਤੇ 20 ਸਾਲ ਉੱਪਰਲੇ ਲੰਘ ਗਏ, ਕਿੰਨੀ ਹੋ ਗਈ? 85 ਸਾਲ। ਰਹਿ ਗਏ 15 ਸਾਲ। ਉਹ ਜਿਹੜੇ 15 ਸਾਲ ਰਹਿ ਗਏ ਤੂੰ ਉਹਨਾਂ ਦੀ ਵੀ ਗੱਲ ਸੁਣ ਮੁੱਲਾ ਸਾਹਿਬ। ਸੌਂਪ ਬਤੀਤ ਹੈ ਬਿਨ ਹਰ ਬਿਨਤੀ। ਦੁਬਾਰਾ ਪੜ੍ਹ। ਸੌਂਪ ਬਤੀਤ ਹੈ ਬਿਨ ਹਰ ਬਿਨਤੀ। ਸੋ ਪੇ ਉਹ ਵੀ ਜਿਹੜੀ ਇਹਦੀ ਉਮਰ ਹੈ ਆ ਬੀਤਦੀ ਜਾਂਦੀ ਹੈ ਪਰਮੇਸ਼ਰ ਦੇ ਅੱਗੇ ਬੇਨਤੀਆਂ ਕੀਤੀਆਂ ਤੋਂ ਬਿਨਾਂ। ਉਹ 15 ਸਾਲ ਵੀ ਭੱਜ ਦੌੜ ਇੰਨੀ ਕਰਦਾ, ਇਹਦੇ ਤੇ ਪੈਰ ਨਹੀਂ ਥੱਲੇ ਲੱਗਦੇ। ਮਲ ਮੁਤਰਾਦ ਤਜਨ ਜੁਗ ਕਾਲਾ। ਸੁਣ ਜਿਹੜੇ 15 ਸਾਲ ਹੈ ਉਹ ਤੇ ਮੁੱਲਾ ਸਾਹਿਬ ਜੀ ਬੰਦੇ ਦੇ ਆ ਮਲ ਮੂਤਰ ਕਰਦਿਆਂ ਹੀ ਉਹਨੂੰ ਤਿਆਗ ਕਰਦਿਆਂ ਹੀ 2 ਸਮੇਂ ਕੱਢ ਦਿੰਦਾ ਹੈ। ਕਦੀ ਜ਼ਿਆਦਾ ਪੀ ਲੈਂਦਾ ਤੇ ਕਹਿੰਦਾ ਮੈਂ ਲਘੂ ਸ਼ੰਕਾ ਪਿਸ਼ਾਬ ਕਰ ਆਵਾਂ, ਜ਼ਿਆਦਾ ਖਾ ਲੈਂਦਾ ਤੇ ਕਹਿੰਦਾ ਮੈਂ ਮੈਦਾਨ ਖੇਡ ਆਵਾਂ, ਜੰਗਲ ਮੈਦਾਨ ਚਲਿਆ ਜਾਵਾਂ। 2 ਸਮੇਂ ਤੇ ਇਹਦੇ ਆ ਮਲ ਮੂਤਰ ਛੱਡਣ ਵਿੱਚ ਹੀ ਲੰਘ ਜਾਂਦੇ ਐ। ਕਰਤ ਬਿਤੀ ਤਹ ਕਾਲ ਵਿਸਾਲਾ। ਇਵੇਂ ਕਰਦਿਆਂ ਕਰਦਿਆਂ ਇਹਦੀ ਜਿਹੜੀ ਬਹੁਤੀ ਉਮਰ ਇਵੇਂ ਬੀਤ ਜਾਂਦੀ ਹੈ। ਮਲ ਮੂਤਰ ਤਿਆਗ ਕਰਦਿਆਂ ਹੀ ਵੇਖ ਲਓ ਸਾਧ ਸੰਗਤ ਜੀ ਸਾਰੇ ਸਮੇਂ ਲੇਖੇ ਵਿੱਚ ਪੈਂਦੇ ਐ। ਅਸੀਂ ਸੋਚਦੇ ਹੋਵਾਂਗੇ ਵੀ ਮੈਂ ਉਸ ਸਮੇਂ ਮੈਂ ਜੀ ਜੰਗਲ ਮੈਦਾਨ ਗਿਆ ਹੋਵਾਂਗਾ, ਮੈਂ ਕੀ ਕਰਦਾ। ਇੱਕ ਇੱਕ ਸਮਾਂ ਭਾਈ ਲੇਖੇ ਵਿੱਚ ਹੈ। ਖਾਨ ਪਾਨ ਨਿਤ ਕਰਤ ਬਿਹਾਰਾ। ਫਿਰ ਇਹ ਬੰਦਾ ਉਹਨਾਂ 15 ਸਾਲਾਂ ਵਿੱਚ ਹੀ ਆ ਖਾਣ ਪੀਣ ਦਾ ਵਿਹਾਰ ਵੀ ਕਰਦਾ, ਭਾਵ ਸਾਰੀ ਉਮਰ ਹੀ ਖਾਂਦਾ ਪੀਂਦਾ ਰਹਿੰਦਾ ਹੈ। ਕਦੀ ਖਾ ਲਿਆ, ਕਦੀ ਪੀ ਲਿਆ। ਇਹ ਜਿਹੜਾ ਵਿਹਾਰ ਕਰਦਾ ਕੁਝ ਉਮਰ ਤੇ ਇਹਦੀ ਇੱਦਾਂ ਹੀ ਲੰਘ ਜਾਂਦੀ ਹੈ। ਹਿਤ ਬਿਨੋਦ ਬਨਤਾ ਸੰਗ ਧਾਰਾ। ਤੇ ਕੁਝ ਇਹਦੀ ਉਮਰ ਆਪਣੀ ਇਸਤਰੀ ਨਾਲ, ਘਰ ਵਾਲੀ ਨਾਲ ਆਨੰਦ ਵਿਲਾਸ ਕਰਦਿਆਂ ਲੰਘ ਜਾਂਦੀ ਹੈ। ਫਿਰ ਔਲਾਦ ਪੈਦਾ ਹੁੰਦੀ ਹੈ, ਪੁੱਤਰਾਂ ਨਾਲ ਮੋਹ ਪ੍ਰੇਮ ਕਰਦਾ ਹੈ ਤੇ ਉਹਨਾਂ ਨਾਲ ਕਿਵੇਂ ਲਾਡੀਆਂ ਲਡਾਉਂਦਾ ਹੈ, ਹਾ ਹਾ ਹੀ ਹੀ ਕਰਦਾ ਰਹਿੰਦਾ ਸਾਰੀ ਦਿਹਾੜੀ। ਉਹਨਾਂ ਨੂੰ ਐਵੇਂ ਆਪਣੀਆਂ ਲੱਤਾਂ 'ਤੇ ਖਿਡਾਉਂਦਾ ਰਹਿੰਦਾ ਹੈ, ਕਦੀ ਕੁੱਛੜ ਚੁੱਕ ਲਿਆ, ਕਦੀ ਬਾਹਰ ਕਦੀ ਅੰਦਰ। ਕੁਝ ਉਮਰ ਤੇ ਬੰਦੇ ਦੀ ਇਸਤਰੀ ਤੇ ਪੁੱਤਾਂ ਦੇ ਪ੍ਰੇਮ ਵਿੱਚ ਹੀ ਲੰਘ ਜਾਂਦੀ ਹੈ ਮੁੱਲਾ ਸਾਹਿਬ। ਕਰਨ ਉਪਾਏ ਸੋ ਦਰਬ ਪਾਵਨਾ। ਤੇ ਫਿਰ ਇਹ ਪੈਸੇ ਨੂੰ ਇਹ ਪਾਉਣ ਦੇ ਵਿੱਚ, ਪੈਸੇ ਨੂੰ ਇਕੱਠੇ ਕਰਨ ਦੇ ਉਪਾਅ ਦੇ ਵਿੱਚ ਲੱਗਾ ਰਹਿੰਦਾ ਕੁਝ ਉਮਰ। ਅਲਜ ਅਸ਼ੁਭ ਸ਼ੁਭ ਕਰਮ ਕਮਾਵਨਾ। ਅਲੱਜ ਪਾਠ ਕਰਨਾ, ਅਲੱਜ ਅਸ਼ੁਭ ਸ਼ੁਭ ਕਰਮ ਕਮਾਵਣ। ਬੇਸ਼ਰਮਾ ਹੋ ਕੇ ਚੰਗੇ ਮਾੜੇ ਕਰਮ ਕਮਾਉਂਦਾ, ਜਿੱਥੋਂ ਟੈ ਚੜ੍ਹ ਜੇ ਝੂਠ ਬੋਲ ਕੇ ਕਤਲ ਕਰਕੇ ਪੈਸੇ ਇਕੱਠੇ ਕਰਦਾ ਹੈ। ਬਹੁ ਪਰ ਪੰਚ ਕਰ ਪਾਰਤਨ ਲਿਆਵੈ, ਸੁਤਦਾਰਾ ਪਹਿ ਆਨ ਲੁਟਾਵੈ। ਗੁਰੂ ਤੇਗ ਬਹਾਦਰ ਮਹਾਰਾਜ ਇਵੇਂ ਭਗਤ ਮਹਾਰਾਜ ਬਚਨ ਕਹਿੰਦੇ ਐ। ਬੜੇ ਠੱਗੀਆਂ ਠੋਰੀਆਂ ਕਰਦਾ ਇਹ ਬੰਦਾ, ਝੂਠ ਬੋਲ ਕੇ ਵਲ ਛਲ ਕਰਕੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਦੂਜਿਆਂ ਦਾ ਧਨ ਲੁੱਟ ਕੇ ਲਿਆਉਂਦਾ ਹੈ। ਸੁਤਦਾਰਾ ਪਹਿ ਆਨ ਲੁਟਾਵੇ, ਪੁੱਤਰਾਂ ਨੂੰ ਦਿੰਦਾ ਹੈ, ਘਰ ਵਾਲੀ ਨੂੰ ਦਿੰਦਾ ਹੈ, ਕਹਿੰਦਾ ਵੀ ਮੇਰੇ ਸਿਰ 'ਤੇ ਐਸ਼ ਕਰੋ। ਪਿਤਾ ਜੀ ਕਿੱਥੋਂ ਲਿਆਂਦਾ ਇਹ ਕੁਝ, ਅੱਜ ਇੰਨੇ ਪੈਸੇ ਆਏ ਕਿੱਥੋਂ? ਪੁੱਤਰ ਮਾਰਾਂ ਕੁਝ ਕਰਾਂ, ਲੁੱਟਾਂ ਲੋਕਾਂ ਨੂੰ, ਲੋਕਾਂ ਦਾ ਨੁਕਸਾਨ ਕਰਦਿਆਂ ਮੈਂ,
ਪਰ ਤੁਹਾਨੂੰ ਔਖਿਆ ਨਹੀਂ ਹੋਣ ਦਿਆਂਗਾ। ਇਹੋ ਜਿਹੀ ਦੁਨੀਆ ਹੈ, ਉਹ ਨਸ਼ੇ ਵੇਚ ਵੇਚ ਕੇ ਸਾਧ ਸੰਗਤ ਜੀ ਆਪਣੇ ਘਰ ਬਣਾਉਂਦੀ ਹੈ, ਆਪਣੇ ਧੀਆਂ ਪੁੱਤਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਘੱਲ ਰਹੇ ਲੋਕ ਕਿ ਸਾਡਾ ਪਰਿਵਾਰ ਕਾਮਯਾਬ ਹੋ ਜੇ, ਮੇਰੇ ਬੱਚੇ ਕਾਮਯਾਬ ਹੋ ਜਾਣ। ਪਰ ਦੂਜਿਆਂ ਦੇ ਬੱਚੇ ਮਾਰ ਰਿਹਾ ਨਾ, ਉਹ ਪੈਸਾ ਕਮਾਉਣ ਵਾਸਤੇ ਦੂਜਿਆਂ ਦੇ ਘਰ ਉਜਾੜ ਰਿਹਾ ਹੈ, ਦੂਜੀਆਂ ਮਾਵਾਂ ਦੇ ਧੀਆਂ ਪੁੱਤਾਂ ਦਾ ਸਤਿਆਨਾਸ਼ ਕਰ ਰਿਹਾ ਹੈ। ਉਹ ਇਵੇਂ ਬੰਦਾ ਕੀ ਕਰਦਾ? ਮਹਾਰਾਜ ਕਹਿੰਦੇ ਇਹ ਮੁੱਲਾ ਸਾਹਿਬ, ਉਹ ਤੇ ਪੈਸੇ ਕਮਾਉਣ ਦੇ ਉਪਾਅ ਦੇ ਵਿੱਚ ਬੇਸ਼ਰਮ ਹੋ ਕੇ ਚੰਗੇ ਮਾੜੇ ਕਰਮ ਕਮਾਈ ਜਾਂਦਾ ਰਾਤ ਦਿਨ। ਪਾਲਣ ਸੁਤ ਬਹੁ ਲਾਡ ਲਡਾਵਨਾ, ਪੁੱਤਾਂ ਨੂੰ ਪਾਲਣ ਵਿੱਚ ਘਰਵਾਲੀ ਨਾ ਪੁੱਤਾਂ ਨਾਲ ਬੜੇ ਲਾਡ ਲਡਾਉਂਦਾ ਹੈ, ਸਾਰੀ ਦਿਹਾੜੀਆਂ ਥੱਕਦਾ ਨਹੀਂ ਲਾਡ ਲਡਾਉਂਦਾ। ਨਿਸ ਦਿਨ ਹਿਤ ਸੋ ਹਿਤ ਵਡਾਵਨਾ, ਰਾਤ ਦਿਨ ਉਹਨਾਂ ਨਾਲ ਮੋਹ ਪ੍ਰੇਮ ਵਧਾਈ ਜਾਂਦਾ ਹੈ। ਇੰਨਾ ਕਰਦਾ ਹੈ ਇਹ ਹੁਣ ਜਨਮ ਲੈ ਲਿਆ ਹੈ, ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਚੰਗੇ ਸਕੂਲਾਂ ਵਿੱਚ, ਇਹਨਾਂ ਦੇ ਮਕਾਨ ਅੱਡੋ ਅੱਡ ਬਣਾਉਣੇ ਹੈ, ਇਹਨਾਂ ਦੀ ਸ਼ਾਦੀ ਕਰਨੀ ਹੈ, ਇਹਨਾਂ ਨੂੰ ਹਰ ਚੀਜ਼ ਦੇਣੀ ਹੈ, ਭਾਵੇਂ ਮੈਨੂੰ ਕੁੱਟ ਕੇ ਮਾਰ ਦੇਣ, ਮੈਂ ਸਭ ਕੁਝ ਦੇਣਾ ਇਹਨਾਂ ਨੂੰ। ਰਾਤ ਦਿਨ ਮੁੱਲਾ ਸਾਹਿਬ ਇਹ ਜੀਵ ਹੇਤ ਪਿਆਰ ਵਧਾਉਂਦਾ, ਮੋਹ ਵਧਾਉਂਦਾ ਆਪਣੇ ਬੱਚਿਆਂ ਨਾਲ। ਇਸ ਬਿਦ ਬਿਤੀ ਆਰਬਲ ਸਾਰੀ, ਇਸ ਤਰ੍ਹਾਂ ਦੇ ਨਾਲ ਤੂੰ ਸੁਣ ਲਿਆ ਹੈ ਨਾ ਕਿ ਸਾਰੀ ਉਮਰ ਹੀ ਬੰਦੇ ਦੀ ਲੰਘ ਜਾਂਦੀ ਹੈ, ਪਰਮੇਸ਼ਰ ਦਾ ਨਾਮ ਕਿੱਥੇ ਹਿੱਸੇ ਆਇਆ ਦੱਸ। ਅੰਤ ਸਮੈ ਗਮਨਿਓ ਘਰ ਚਾਰੀ, ਇਵੇਂ ਕਰਦਿਆਂ ਉਮਰ ਲੰਘ ਜਾਂਦੀ, ਜਦੋਂ ਅੰਤ ਦਾ ਸਮਾਂ ਆਉਂਦਾ ਹੈ ਹੱਥ ਝਾੜ ਕੇ ਬੰਦਾ ਜਾਂਦਾ ਹੈ। ਚੱਲੇ ਜਵਾਰੀ ਦੋਏ ਹੱਥ ਝਾਰ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਭਗਤ ਮਹਾਰਾਜ ਕਹਿੰਦੇ ਆ ਚੱਲੇ ਜਵਾਰੀ ਦੋਏ ਹੱਥ ਝਾਰ। ਲੋਕਾਂ ਨੂੰ ਬੜਾ ਲੁੱਟਿਆ, ਅੰਤ ਨੂੰ ਇਹ ਬੰਦਾ ਇਹ ਜੂਏ ਵਿੱਚੋਂ ਹਾਰ ਕੇ ਚਲਿਆ ਜਾਂਦਾ ਹੱਥ ਝਾੜ ਕੇ ਜਦੋਂ ਅੰਤ ਸਮੇਂ। ਤਾਤੇ ਮਨ ਸਮਝੋ ਅਸਰੀਤੀ, ਇਸ ਕਰਕੇ ਮੁੱਲਾ ਕੁਤਬਦੀਨ ਐਸੀ ਰੀਤੀ ਤੂੰ ਮਨ ਵਿੱਚ ਸਮਝ, ਆ ਥੋੜਾ ਧਿਆਨ ਦੇ, ਸਮਝਾ ਮਨ ਆਪਣੇ ਨੂੰ। ਜਨਮ ਅਕਾਰਥ ਬਿਨ ਹਰ ਪ੍ਰੀਤੀ, ਇਹ ਜਨਮ ਬੰਦੇ ਦਾ ਲੰਘ ਜਾਂਦਾ ਹੈ ਨਿਸਫਲੀ ਹਰੀ ਪਰਮੇਸ਼ਰ ਖੁਦਾ ਦੇ ਪ੍ਰੇਮ ਤੋਂ ਬਿਨਾਂ ਹੀ। ਹੇਤ ਪਦਾਰਥ ਅਮੁੱਲ ਜੇ ਸਵਾਸਾ, ਦੁਨੀਆ ਦੇ ਝੂਠੇ ਪਦਾਰਥਾਂ ਦੇ ਵਾਸਤੇ ਜਿਹੜੇ ਦੇ ਅਮੁੱਲ ਸਵਾਸ ਪਰਮੇਸ਼ਰ ਨੇ ਦਿੱਤੇ ਸੀ ਭਜਨ ਬੰਦਗੀ ਵਾਸਤੇ, ਕਿਤੇ ਉਹਦੇ ਵਿੱਚ ਤੇ ਟਾਈਮ ਹੀ ਨਹੀਂ ਲਾਉਂਦਾ। ਇਹ ਉੱਧਰ ਤੇ ਆਉਂਦਾ ਨਹੀਂ, ਸੰਗਤ ਇਹ ਨਹੀਂ ਕਰਨੀ ਚਾਹੁੰਦਾ, ਗੁਰੂ ਦੀ ਬਾਣੀ ਇਹ ਨਹੀਂ ਪੜ੍ਹਨੀ ਚਾਹੁੰਦਾ, ਗੁਰੂ ਦੀ ਗੱਲ ਇਹ ਨਹੀਂ ਸੁਣਨੀ ਚਾਹੁੰਦਾ, ਪਦਾਰਥਾਂ ਦੇ ਵਾਸਤੇ ਮਰ ਜਾਂਦਾ ਹੈ। ਹੇ ਮੁੱਲਾ, ਇਹ ਪਦਾਰਥਾਂ ਵਾਸਤੇ ਜਿਹੜੇ ਆਪਣੇ ਅਮੋਲਕ ਸਵਾਸ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ, ਉਹਨਾਂ ਨੂੰ ਐਵੇਂ ਗਵਾ ਦਿੰਦਾ ਏ ਝੂਠ ਵਿੱਚ ਹੀ। ਗਇਓ ਹਾਰ ਅਸ ਢਾਲਿਓ ਪਾਸਾ, ਇਸ ਮੂਰਖ ਜੀਵ ਨੇ ਤੇ ਐਸਾ ਪਾਸਾ ਢਾਲਿਆ, ਐਸਾ ਇਹਨੇ ਮੂੰਹ ਮੋੜਿਆ ਪਰਮੇਸ਼ਰ ਵੱਲੋਂ ਬਾਜੀ ਹਾਰ ਜਾਂਦਾ ਹੈ। ਹਾਰ ਕੇ ਬਾਜੀ ਜਾਂਦਾ, ਦੁਨੀਆ ਤੋਂ ਹੱਥ ਝਾੜ ਕੇ ਜਾਂਦਾ, ਔਖਾ ਹੁੰਦਾ ਅੱਗੇ। ਜਬ ਇਸ ਕੇ ਔਰ ਸਮਝ ਸੁਆਵੈ, ਕੁਤਬਦੀਨ ਸਾਹਿਬ ਜੀ ਜਦੋਂ ਇਹ ਜੀਵ ਦੇ ਹਿਰਦੇ ਵਿੱਚ ਸਮਝ ਆ ਜਾਂਦੀ ਹੈ ਨਾ, ਇਹਨੂੰ ਬੁੱਧੀ ਆ ਜਾਂਦੀ ਵੀ ਉਹ ਮਨਾ ਤੇਰੀ ਤੇ ਸਾਰੀ ਉਮਰ ਐਵੇਂ ਲੰਘ ਗਈ। ਤਬ ਮਨ ਵਿਸ਼ਯਨ ਤੇ ਉਲਟਾਵੈ, ਫਿਰ ਇਹ ਬੰਦਾ ਆਪਣਾ ਮਨ ਵਿਸ਼ਿਆਂ ਤੋਂ ਉਲਟਾਉਂਦਾ ਹੈ, ਬਾਹਰੀ ਪਦਾਰਥਾਂ ਤੋਂ ਮਨ ਨੂੰ ਚੁੱਕ ਕੇ ਅੰਤਰਮੁਖ ਬਿਰਤੀ ਕਰ ਲੈਂਦਾ ਹੈ। ਜਿਹੜੇ ਬਾਹਰੀ ਵਿਸ਼ੇ ਬਾਹਰੀ ਰੂਪ ਰੰਗ ਹੈ, ਪਰ ਇਸਤਰੀ ਦੇਖਣੀ, ਪਰ ਜਿਹੜੇ ਪਦਾਰਥ ਵੇਖਣੇ, ਪਰ ਧਨ ਨੂੰ ਵੇਖਣਾ, ਇਹ ਵਿਸ਼ਿਆਂ ਤੋਂ ਬੰਦਾ ਮਨ ਉਲਟਾ ਲੈਂਦਾ। ਜਦੋਂ ਇਹਨੂੰ ਸਮਝ ਆ ਜਾਂਦੀ ਗੁਰੂ ਦੀ ਮਿਹਰ ਨਾਲ, ਕਰਹਿ ਬੰਦਗੀ ਪੇਸ਼ ਖੁਦਾਏ, ਫਿਰ ਇਹ ਬੰਦਗੀ ਕਰਦਾ ਹੈ ਖੁਦਾ ਦੇ ਸਾਹਮਣੇ ਹੋ ਕੇ, ਕਹਿੰਦਾ ਹੈ ਪਰਮੇਸ਼ਰ, ਹੈ ਖੁਦਾ ਮੈਨੂੰ ਬਖਸ਼ ਦੁਸ਼ਟ ਨੂੰ, ਜਿਉ ਮੈਂ ਤੁਮ ਸੋ ਕਹੋ ਸੁਨਾਏ। ਫਿਰ ਇਹ ਬੰਦਗੀ ਕਰਦਾ ਹੈ, ਕਿਵੇਂ ਬੇਨਤੀ ਕਰਦਾ ਹੈ, ਜਿਉਂ ਮੈਂ ਤੈਨੂੰ
ਆ ਕਹਿ ਕੇ ਸੁਣਾਉਣਾ ਵੀ ਇਸ ਜੀਵ ਨੂੰ ਐਵੇਂ ਪਰਮੇਸ਼ਰ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਡਰ ਕੇ ਵੀ ਬੇਨਤੀ ਕਰਦਾ ਫਿਰ। ਤਲੰਗ ਮਹੱਲਾ ਪਹਿਲਾ। ਇਵੇਂ ਤਲੰਗ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਨ ਕਰਕੇ ਮੁੱਲੇ ਦੇ ਪ੍ਰਤੀ ਭਾਵ ਮੁੱਲੇ ਦੇ ਰਾਹੀਂ ਸਾਨੂੰ ਸਭ ਨੂੰ ਉਪਦੇਸ਼ ਕਰ ਰਹੇ ਹਨ। ਯਕ ਅਰਜ ਗੁਫਤਮ ਪੇਸਤੋ। ਫਾਰਸੀ ਵਿੱਚ ਜੋ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਗੁਰੂ ਜੀ ਕਹਿੰਦੇ ਐ ਯਕ, ਯਕ ਦਾ ਅਰਥ ਹੈ ਇੱਕ, ਅਰਜ ਅਰਥ ਬੇਨਤੀ, ਗੁਫਤਮ, ਗੁਫਤ ਦਾ ਅਰਥ ਕਹਿੰਦਾ ਹਾਂ, ਮਾਂ ਦਾ ਅਰਥ ਮੈਂ, ਪੇਸ ਦਾ ਅਰਥ ਅੱਗੇ, ਤੋਤ ਅਰਥ ਤੇਰੇ। ਹੇ ਪਰਮੇਸ਼ਰ, ਆ ਤੇਰੇ ਅੱਗੇ ਮੈਂ ਇੱਕ ਅਰਜ ਕਹਿੰਦਾ ਹਾਂ। ਦਰ ਗੋਸ ਕੁਨ ਕਰਤਾਰ। ਗੋਸ ਕਹੀਦਾ ਹੈ ਕੰਨ ਨੂੰ, ਦਰ ਕਹੀਦਾ ਵਿੱਚ, ਕੁਨ ਕਹੀਦਾ ਕਰ, ਤੇ ਕਰਤਾਰ ਕਹੀਦਾ ਹੈ ਪਰਮੇਸ਼ਰ ਖੁਦਾ ਨੂੰ। ਇਹ ਸੰਸਕ੍ਰਿਤ ਦਾ ਸ਼ਬਦ ਕਰਤਾਰ, ਬਾਕੀ ਸਾਰੇ ਫਾਰਸੀ ਦੇ ਅੱਖਰ ਹੈ। ਮਹਾਰਾਜ ਕਹਿੰਦੇ ਹੇ ਕਰਤਾਰ, ਹੇ ਖੁਦਾ, ਹੇ ਪਰਮੇਸ਼ਰ, ਮੈਂ ਇੱਕ ਅਰਜ ਕਹਿੰਦਾ ਹਾਂ ਤੇਰੇ ਅੱਗੇ। ਤੁਸੀਂ ਹੇ ਖੁਦਾ ਜੀ ਆਪਣਾ ਗੋਸ ਕਹੀਏ ਕੰਨ ਵਿੱਚ ਕਰਕੇ ਸੁਣਨਾ ਕਰੋ ਮੇਰੀ ਬੇਨਤੀ। ਹੱਕਾ ਕਬੀਰ ਕਰੀਮ ਤੂੰ। ਹੱਕਾ, ਹੱਕਾ ਕਹੀਦਾ ਹੈ ਸੱਚ ਨੂੰ, ਕਬੀਰ ਕਹੀਦਾ ਵੱਡੇ ਨੂੰ, ਕਰੀਮ ਕਹੀਦਾ ਕਿਰਪਾਲੂ ਰਹਿਮਦਿਲ ਨੂੰ। ਹੇ ਪਰਮੇਸ਼ਰ, ਤੂੰ ਸੱਚ ਹੈ, ਵੱਡਾ ਹੈ, ਕਿਰਪਾਲੂ ਰਹਿਮਦਿਲ, ਮਿਹਰ ਵਾਲਾ ਹੈ। ਬੇਐਬ ਪਰਵਦਗਾਰ। ਦੋਸ਼ਾਂ ਤੋਂ ਰਹਿਤ, ਤੈਨੂੰ ਕੋਈ ਦੋਸ਼ ਨਹੀਂ ਹੈ, ਤੇਰੇ ਵਿੱਚ ਕੋਈ ਦੋਸ਼ ਨਹੀਂ ਹੈ। ਬੇਐਬ ਪਰਵਦਗਾਰ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਖੁਦਾ। ਦੋਹਰਾ ਅਰਜ ਕਹੋ ਅਗਰਜ ਪ੍ਰਭੂ। ਮਹਾਰਾਜ ਜੋ ਇਹ ਸ਼ਬਦ ਉਚਾਰਨ ਕੀਤਾ, ਇੱਥੇ ਕਵੀ ਸਾਹਿਬ ਜੀ ਉਹਦਾ ਅਰਥ ਕਰਕੇ ਸੁਣਾ ਰਹੇ ਹੈ ਕਿ ਹੇ ਖੁਦਾ ਪ੍ਰਭੂ, ਹੇ ਖੁਦਾ, ਹੇ ਪਰਮੇਸ਼ਰ, ਤੇਰੇ ਅੱਗੇ ਮੈਂ ਇੱਕ ਬੇਨਤੀ ਕਹਿੰਦਾ ਹਾਂ। ਸੁਣੀਏ ਦੈ ਕਰ ਕਾਨ। ਸੁਣੀਏ ਦੈ ਕਰ ਕਾਨ, ਆਪਣਾ ਕੰਨ ਦੇ ਕੇ ਭਾਵ ਧਿਆਨ ਦੇ ਕੇ ਮੇਰੀ ਬੇਨਤੀ ਸੁਣੀਏ। ਹੱਕ ਕਬੀਰ ਕਰੀਮ ਤੂੰ। ਇਹ ਸੱਚ ਹੈ ਵੱਡੇ ਕਰੀਮ ਰਹਿਮ ਦਿਲ ਤੂੰ ਹੈ ਖੁਦਾ। ਦੇਹੋ ਨਾਮ ਕੋ ਦਾਨ। ਮੈਨੂੰ ਆਪਣੇ ਨਾਮ ਦਾ ਦਾਨ ਦਿਓ ਜਿਸ ਕਰਕੇ ਮੈਂ ਬਚ ਸਕਾਂ। ਚੌਪਈ ਕਰਹਿ ਬੰਦਗੀ ਤਨ ਮਨ ਦੀਨਾ। ਇਵੇਂ ਜਦੋਂ ਬੰਦਾ ਦੀਨ ਨਿਮਾਣਾ ਹੋ ਕੇ, ਗਰੀਬੀ ਵਾਲਾ, ਨਿਮਰਤਾ ਵਾਲਾ ਹੋ ਕੇ, ਢਹਿ ਕੇ ਆਪਣਾ ਤਨ ਮਨ ਉਸ ਪਰਮੇਸ਼ਰ ਨੂੰ ਦੇ ਕੇ ਬੰਦਗੀ ਕਰਦਾ ਹੈ। ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਹੈ, ਹਸਤੀ ਸਿਰ ਜੋ ਅੰਕ ਸਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਭੀ ਸੇਵ ਕਰੇ। ਮਨ ਤਨ ਅੱਗੇ ਰੱਖ ਕੇ ਨਿਮਰਤਾ ਵਾਲਾ ਹੋ ਕੇ ਭਾਈ ਸੇਵਾ ਕਰ, ਫਿਰ ਤੂੰ ਕੁਝ ਖੱਟ ਸਕਦਾ ਹੈ। ਹੇ ਮੁੱਲਾ, ਜਦੋਂ ਜੀਵ ਗਰੀਬ ਨਿਵਾਣਾ ਨਿਮਰਤਾ ਵਾਲਾ ਹੋ ਕੇ ਆਪਣਾ ਤਨ ਮਨ ਦੇ ਕੇ ਬੰਦਗੀ ਕਰਦਾ ਖੁਦਾ ਦੀ, ਨਾਮ ਸੋ ਜਾਚਹਿ ਹੋਏ ਅਧੀਨਾ। ਬੜਾ ਅਧੀਨ ਹੋ ਕੇ ਨਾਮ ਦੀ ਦਾਤ ਮੰਗਦਾ, ਕਹਿੰਦਾ ਪਰਮੇਸ਼ਰ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਦੀਨ ਬੰਦ ਤਬ ਕਰਨਾ ਧਾਰੈ। ਤਦੋਂ ਦੀਨਾਂ ਦਾ ਰਿਸ਼ਤੇਦਾਰ ਉਹ ਖੁਦਾ ਪਰਮੇਸ਼ਰ ਇਹ ਕਿਰਪਾ ਧਾਰਦਾ, ਕਿਰਪਾ ਕਰਦਾ। ਫਿਰ ਦੇਕਰ ਨਾਮ ਦਾਸ ਨਿਸਤਾਰੈ। ਉਹ ਆਪਣੇ ਦਾਸ ਨੂੰ ਨਾਮ ਵਾਹਿਗੁਰੂ ਖੁਦਾ ਦਾ ਅੱਲਾ ਰਾਮ ਦੇ ਕੇ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਮੁੱਲਾ ਸਾਹਿਬ। ਸੁਨ ਸ਼੍ਰੀ ਗੁਰ ਕੇ ਬੈਨ ਮੁਲਾਨਾ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਮੁੱਲਾ। ਜਿਨ ਤੇ ਮਿਟਤ ਬਿਕਟ ਅਗਿਆਨਾ। ਜਿਨ੍ਹਾਂ ਬਚਨਾਂ ਤੇ
ਅਗਿਆਨ ਵੱਡਾ ਤੋਂ ਵੱਡਾ ਬੜਾ ਕਠਿਨ ਅਗਿਆਨ ਮਿਟ ਜਾਂਦਾ। ਇਹ ਮੁੱਲਾਂ ਦਾ ਅਗਿਆਨ ਮਿਟ ਰਿਹਾ ਹੈ। ਕਾਲੂ ਹੇਤ ਕਹਿਨ ਪੁਨ ਲਾਗਿਓ। ਫਿਰ ਬਾਬਾ ਕਲਿਆਣ ਚੰਦ ਜੀ ਦੇ ਭਲੇ ਵਾਸਤੇ ਵੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਿਆ, ਧਨ ਤੁਮਾਰੋ ਮਨ ਅਨੁਰਾਗਿਓ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ, ਹੇ ਅਵਤਾਰ ਔਲੀ ਪੈਗੰਬਰ ਸਾਹਿਬ ਜੀ, ਤੁਸੀਂ ਤੇ ਧੰਨ ਹੋ ਜਿਨ੍ਹਾਂ ਦਾ ਇਹ ਮਨ ਵਾਹਿਗੁਰੂ ਦੇ ਪ੍ਰੇਮੀ ਹੋਇਆ ਹੈ, ਖੁਦਾ ਦਾ ਪ੍ਰੇਮੀ ਹੋਇਆ। ਤੁਸੀਂ ਤੇ ਧੰਨ ਹੋ, ਤੁਹਾਡਾ ਦਰਸ਼ਨ ਧੰਨ ਹੈ। ਜਿਨ੍ਹਾਂ ਨੇ ਸਾਨੂੰ ਵੀ ਧੰਨ ਕਰ ਦਿੱਤਾ ਹੈ, ਜਿਨ੍ਹਾਂ ਨੇ ਸਾਡਾ ਮਨ ਵੀ ਪ੍ਰੇਮੀ ਕਰ ਦਿੱਤਾ ਹੈ। ਇਵੇਂ ਮੁੱਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਅੱਗੇ ਹੱਥ ਜੋੜ ਕੇ ਖੜਾ ਹੈ। ਰਾਏ ਭੋਜ ਦੀ ਤਲਵੰਡੀ ਦੇ ਲੋਕ ਖੜੇ ਹੈ, ਪਰਿਵਾਰ ਖੜਾ ਹੈ। ਗੁਰੂ ਨਾਨਕ ਸਾਹਿਬ ਜੀ ਇਹ ਉਪਦੇਸ਼ ਸਰਵਣ ਕਰਾ ਰਹੇ ਹੈ। ਅੱਗੇ ਜਿਵੇਂ ਥੋੜ੍ਹਾ ਅੱਧਾ ਪ੍ਰਸੰਗ ਰਹਿੰਦਾ ਹੈ, ਆਪਾਂ ਕੱਲ੍ਹ ਦੀ ਦੀਵਾਨਾ ਵੀ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸੁਨ ਸ੍ਰੀ ਗੁਰ ਕੇ ਬੈਨ ਮੁਲਾਨਾ, ਜਿਨ ਤੇ ਮਿਟਤ ਬਿਕਟ ਅਗਿਆਨਾ। ਕਾਲੂ ਹੇਤ ਕਹਿਨ ਪੁਨ ਲਾਗਿਓ, ਧਨ ਤੁਮਾਰੋ ਮਨ ਅਨੁਰਾਗਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ